ਹੁਣ ਜਦੋਂ ਆਹ ਘਟਨਾ ਵਾਪਰੀ ਇਸ ਵੇਲੇ ਮੂੰਹ ਬੰਦ ਕਰ ਲਏ। ਇਹ ਸੱਚਾਈ ਹੈ ਕਿ ਦੁਖਦਾਈ ਘਟਨਾ ਦੇ ਵੇਲੇ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਗਈਆਂ। ਪੁਲਿਸ ਦੇ ਇੱਕ ਬੜੇ ਵੱਡੇ ਅਫਸਰ ਸੁਮੇਧ ਸੈਣੀ ਜਿਸਨੇ ਬੇਅੰਤ ਜ਼ੁਲਮ ਕੀਤਾ, ਤਸ਼ੱਦਦ ਕੀਤਾ, ਉਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ। ਉਸ ਦੇ ਜ਼ਾਲਮਾਂ ਨਾਲ ਕਾਰਵਾਈਆਂ ਦੀ ਦਾਸਤਾਨ ਸਾਹਮਣੇ ਆਈ। ਉਸ ਦੇ ਖਿਲਾਫ ਕੇਸ ਦਰਜ ਕਰਨ ਦੇ ਵਾਸਤੇ ਜੋ ਉਪਰਾਲੇ ਕੀਤੇ ਗਏ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਇੱਕ ਪੁਲਿਸ ਵਾਲੇ ਤੇ ਇੱਕ ਨਿਹੰਗ ਦੀ ਮੁੱਠਭੇੜ ਦੇ ਵਿੱਚ ਜੋ ਪੁਲਿਸ ਵਾਲੇ ਦਾ ਗੁੱਟ ਵੱਢਿਆ ਗਿਆ, ਜੋ ਕਿ ਅਤ ਨਿੰਦਣਯੋਗ ਘਟਨਾ ਸੀ, ਉਸ ਨੂੰ ਲੈ ਕੇ ਇੱਕ ਹਊਆ ਖੜਾ ਕੀਤਾ ਗਿਆ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਨੂੰ ਖੁੱਲ੍ਹ ਦੇਣ ਦੀ ਸੋਚ ਪੈਦਾ ਕੀਤੀ ਗਈ। ਮੈਂ ਹਰਜੀਤ ਸਿੰਘ ਵਰਗੇ ਇੱਕ ਚਿੰਨ੍ਹ ਜਾਂ ਬਿੱਲੇ ਲਾ ਕੇ ਉਸ ਨੂੰ ਪ੍ਰਚਾਰਿਆ ਗਿਆ, ਜਿਸ ਦੇ ਵਿੱਚ ਸਾਡੇ ਕਲਾਕਾਰ ਵੀ ਪਿੱਛੇ ਨਾ ਰਹੇ। ਗੁਰਦਾਸ ਮਾਨ ਤੋਂ ਲੈ ਕੇ ਮੂਸੇਵਾਲਾ ਵਗੈਰਾ ਹੋਰ ਬਹੁਤ ਸਾਰੇ ਇਸ ਤਰ੍ਹਾਂ ਰਾਜਨੀਤਿਕ ਲੋਕ ਵੀ, ਇਹਨਾਂ ਸਾਰਿਆਂ ਨੇ ਪ੍ਰਚਾਰ ਕੀਤਾ। ਸਮੂਹ ਦਰਸ਼ਕਾਂ ਦਾ ਚੈਨਲ ਪੰਜਾਬੀ ਤੇ ਪ੍ਰੋਗਰਾਮ ਆਵਾਜ਼ੇ ਪੰਜਾਬ 'ਚ ਸਵਾਗਤ ਹੈ। ਦਰਅਸਲ ਨਿਤ ਆਏ ਦਿਨ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਇਤਿਹਾਸ ਬਣ ਰਹੀਆਂ ਨੇ। ਉਹਨਾਂ ਦੇ ਵਿੱਚੋਂ ਕੁਝ ਐਸੀਆਂ ਦਰਦਨਾਕ ਘਟਨਾਵਾਂ ਜਿਨ੍ਹਾਂ ਦੇ ਬਾਰੇ ਮੀਡੀਆ ਨੂੰ ਗੱਲ ਕਰਨੀ ਬਣਦੀ ਹੈ। ਇਹਨਾਂ ਘਟਨਾਵਾਂ ਦਾ ਅਸਰ ਆਉਂਦੇ ਲੰਮੇ ਸਮੇਂ ਤੱਕ ਰਹੇਗਾ। ਉਹਨਾਂ ਵਿੱਚੋਂ ਕੁਝ ਇੱਕ ਵਿਸ਼ਿਆਂ ਨੂੰ ਅਸੀਂ ਸਾਂਝਾ ਕਰਾਂਗੇ, ਨਾਲੋਂ ਨਾਲ ਇਤਿਹਾਸ ਦੇ ਪੰਨੇ ਵੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 10 ਮਈ ਸਨ 1857 ਦਾ ਦਿਨ ਬੜਾ ਮਹੱਤਵਪੂਰਨ ਹੈ। ਇਹਨੂੰ ਗਦਰ ਜਿਹੜਾ ਪਹਿਲਾ ਹੋਇਆ ਉਸ ਦੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਇੱਕ ਇਹਦਾ ਆਪਣਾ ਇਤਿਹਾਸ ਹੈ। ਉਸ ਦੇ ਇਤਿਹਾਸ ਦੇ ਬਹੁਤ ਸਾਰੇ ਪਹਿਲੂ ਹਨ। ਆਜ਼ਾਦੀ ਦੀ ਪਹਿਲੀ ਲੜਾਈ ਦੇ ਤੌਰ 'ਤੇ ਗੱਲ ਕਰਨੀ ਜਾਂ ਇਸ ਦੇ ਨਾਲ ਇਸ ਦੇ ਵੱਖ-ਵੱਖ ਪਹਿਲੂਆਂ ਨੂੰ ਵਿਚਾਰਨਾ। ਇੱਕ ਤਾਂ ਉਹ ਸਮਾਂ, ਇੱਕ ਅੱਜ ਦਾ ਸਮਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਦੇਸ਼ ਆਜ਼ਾਦ ਹੈ, ਆਪਣੀ ਸਰਕਾਰ ਹੈ ਅਤੇ ਆਪਣੇ ਲੋਕਾਂ ਦੇ ਕੋਲ ਲੋਕ ਰਾਜ ਦੀ ਵਿਉਂਤਬੰਦੀ ਹੈ। ਪਰ ਉਸ ਦੇ ਜੋ ਹਾਲਾਤ ਨੇ ਉਹ ਕਿੰਨੇ ਬਦਤਰ ਹੋ ਚੁੱਕੇ ਨੇ ਕਿ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਕਿਸੇ ਵੀ ਪੱਧਰ 'ਤੇ ਸੰਘਰਸ਼ ਕੀਤਾ, ਉਹਨਾਂ ਦੇ ਸੁਪਨਿਆਂ ਦਾ ਕਿਵੇਂ ਤਿਰਸਕਾਰ ਹੋਇਆ। ਅਤੇ ਜੋ ਪਿਛਲੇ ਦਿਨੀ ਪੰਜਾਬ 'ਚ ਘਟਨਾਵਾਂ ਹੋਈਆਂ, ਅਰਵਿੰਦਰਪਾਲ ਸਿੰਘ ਲੱਖਣ ਕੇ ਪੱਡੇ ਇੱਕ ਕਬੱਡੀ ਖਿਡਾਰੀ ਪੁਲਿਸ ਦੇ ਗੋਲੀ ਦੇ ਨਾਲ ਮਾਰਿਆ ਗਿਆ, ਅਤੇ ਜਿਸ ਤਰੀਕੇ ਨਾਲ ਇਹ ਸਾਰੀ ਘਟਨਾ ਹੋਈ, ਉਸ ਘਟਨਾ ਨੇ ਲੋਕਾਂ ਦੇ ਹਿਰਦੇ ਵਲੂੰਧਰ ਦਿੱਤੇ। ਅਜੇ ਕੁਝ ਦਿਨ ਪਹਿਲਾਂ ਹੀ ਇੱਕ ਪੁਲਿਸ ਵਾਲੇ ਤੇ ਇੱਕ ਨਿਹੰਗ ਦੀ ਮੁੱਠਭੇੜ ਦੇ ਵਿੱਚ ਜੋ ਪੁਲਿਸ ਵਾਲੇ ਦਾ ਗੁੱਟ ਵੱਢਿਆ ਗਿਆ, ਜੋ ਕਿ ਅਤ ਨਿੰਦਣਯੋਗ ਘਟਨਾ ਸੀ, ਉਸ ਨੂੰ ਲੈ ਕੇ ਇੱਕ ਹਊਆ ਖੜਾ ਕੀਤਾ ਗਿਆ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਨੂੰ ਖੁੱਲ੍ਹ ਦੇਣ ਦੀ ਸੋਚ ਪੈਦਾ ਕੀਤੀ ਗਈ। ਮੈਂ ਹਰਜੀਤ ਸਿੰਘ ਵਰਗੇ ਇੱਕ ਚਿੰਨ੍ਹ ਜਾਂ ਬਿੱਲੇ ਲਾ ਕੇ ਉਸ ਨੂੰ ਪ੍ਰਚਾਰਿਆ ਗਿਆ, ਜਿਸ ਦੇ ਵਿੱਚ ਸਾਡੇ ਕਲਾਕਾਰ ਵੀ ਪਿੱਛੇ ਨਾ ਰਹੇ। ਗੁਰਦਾਸ ਮਾਨ ਤੋਂ ਲੈ ਕੇ ਮੂਸੇਵਾਲਾ ਵਗੈਰਾ ਹੋਰ ਬਹੁਤ ਸਾਰੇ ਇਸ ਤਰ੍ਹਾਂ ਰਾਜਨੀਤਿਕ ਲੋਕ ਵੀ, ਇਹਨਾਂ ਸਾਰਿਆਂ ਨੇ ਪ੍ਰਚਾਰ ਕੀਤਾ। ਪਰ ਹੁਣ ਜਦੋਂ ਆਹ ਘਟਨਾ ਵਾਪਰੀ ਇਸ ਵੇਲੇ ਮੂੰਹ ਬੰਦ ਕਰ ਲਏ। ਇਹ ਸੱਚਾਈ ਹੈ ਕਿ ਦੁਖਦਾਈ ਘਟਨਾ ਦੇ ਵੇਲੇ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਗਈਆਂ। ਗਾਉਂਦੇ ਜੋ ਸਰਕਾਰ ਦੇ ਸੋਲੇ ਬੇਈਮਾਨ, ਗਾਉਂਦੇ ਜੋ ਸਰਕਾਰ ਦੇ ਸੋਲੇ ਬੇਈਮਾਨ, ਅੱਜ ਬੇਦੋਸ਼ਾ ਮਾਰਿਆ, ਹੁਣ ਕਿਉਂ ਬੰਦ ਜ਼ੁਬਾਨ। ਇਹ ਜ਼ੁਬਾਨਾਂ ਬੰਦ ਹੋ ਗਈਆਂ। ਇਸੇ ਤਰੀਕੇ ਨਾਲ ਪੁਲਿਸ ਦੇ ਇੱਕ ਬੜੇ ਵੱਡੇ ਅਫਸਰ ਸੁਮੇਧ ਸੈਣੀ ਜਿਸਨੇ ਬੇਅੰਤ ਜ਼ੁਲਮ ਕੀਤਾ, ਤਸ਼ੱਦਦ ਕੀਤਾ, ਉਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ। ਉਸ ਦੇ ਜ਼ਾਲਮਾਂ ਨਾਲ ਕਾਰਵਾਈਆਂ ਦੀ ਦਾਸਤਾਨ ਸਾਹਮਣੇ ਆਈ। ਉਸ ਦੇ ਖਿਲਾਫ ਕੇਸ ਦਰਜ ਕਰਨ ਦੇ ਵਾਸਤੇ ਜੋ ਉਪਰਾਲੇ ਕੀਤੇ ਗਏ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਹੁਣ ਇਹ ਸਾਰੀਆਂ ਤਿਰਸਕਾਰ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਜਿਨ੍ਹਾਂ ਦੇ ਬਾਰੇ ਗੱਲਬਾਤ ਹੋਏਗੀ। ਅਸੀਂ ਨਿਰੰਤਰ 2 ਪ੍ਰੋਗਰਾਮਾਂ ਦੇ ਵਿੱਚ ਇਸ ਨੂੰ ਵਿਲੱਖਣ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ 'ਚ ਸਾਡੇ ਮਹਿਮਾਨ ਸ਼ਾਮਲ ਹੋ ਰਹੇ ਨੇ। ਜੀ ਆਇਆਂ ਨੂੰ। ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਗੁਰਵਿੰਦਰ ਸਿੰਘ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਔਰ ਮੈਨੂੰ ਦਾਦ ਦੇਣੀ ਪਏਗੀ, ਜਿਹੜਾ ਦੋਹਾ ਤੁਸੀਂ ਸੁਣਾਇਆ ਸ਼ੁਰੂ ਦੇ ਵਿੱਚ, ਬਹੁਤ ਕਮਾਲ ਦਾ ਦੋਹਾ ਸੀ। ਬੜਾ ਕੁਝ ਤੁਸੀਂ ਉਸ ਵਿੱਚ ਸੱਚਾਈ ਨੂੰ ਬਹੁਤ ਥੋੜ੍ਹੇ ਲਫ਼ਜ਼ਾਂ ਵਿੱਚ ਬਿਆਨ ਕੀਤਾ, ਉਹਦੇ ਲਈ ਵਧਾਈ ਦੇ ਪਾਤਰ ਹੋ। ਸ਼ੁਕਰੀਆ ਜੀ ਬਹੁਤ ਗੁਰਪ੍ਰੀਤ ਸਿੰਘ ਜੀ। ਜਿਹੜੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ, ਤੁਸੀਂ ਇਤਿਹਾਸ ਨੂੰ ਲਗਾਤਾਰ ਪੜ੍ਹਦੇ ਹੋ, ਇਤਿਹਾਸ ਨੂੰ ਵਰਤਮਾਨ ਸਮੇਂ ਦੀ ਪ੍ਰਸੰਗਿਕਤਾ ਦੇ ਵਿੱਚ ਵੇਖਦੇ ਹੋ। ਸੋ ਅਸੀਂ ਥੋੜ੍ਹੀ ਜਿਹੀ ਗੱਲਬਾਤ ਸ਼ੁਰੂ ਕਰੀਏ। ਆਹ ਦਿਨ ਜਦੋਂ ਅਸੀਂ 1857 ਦੇ ਗਦਰ ਦੀ ਗੱਲ ਕਰਦੇ ਹਾਂ, ਉਸ ਸਮੇਂ ਜੋ ਲੜਾਈ ਲੜੀ ਗਈ, ਬੇਸ਼ੱਕ ਉਹ ਲੜਾਈ ਦਾ ਆਰੰਭ ਜਿਹੜਾ ਹੈ ਕੁਝ ਇੱਕ ਵੱਖਰੇ ਕਾਰਨਾਂ ਤੋਂ ਹੋਇਆ, ਹੌਲੀ ਹੌਲੀ ਫੈਲਦਾ ਗਿਆ ਅਤੇ ਬਾਅਦ ਦੇ ਵਿੱਚ ਉਹ ਨਿਰੰਤਰ ਵੱਖ-ਵੱਖ ਪੜਾਵਾਂ 'ਤੇ ਚੱਲਦੀ ਰਹੀ। ਸੋ ਉਸ ਸਮੇਂ ਦੀ ਗੱਲ ਪਹਿਲਾਂ ਕਰਕੇ ਫਿਰ ਅੱਜ ਦੇ ਸਮੇਂ 'ਤੇ ਆਵਾਂਗੇ। ਥੋੜ੍ਹਾ ਇਸ ਬਾਰੇ ਜ਼ਰੂਰ ਚਾਨਣਾ ਪਾਓ। ਜ਼ਰੂਰ ਗੁਰਵਿੰਦਰ ਸਿੰਘ ਜੀ, ਗੱਲਬਾਤ ਕੀਤੀ ਜਾਵੇਗੀ, ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਹੜੀ ਇਤਿਹਾਸ ਦੀ ਨਿਰੰਤਰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹਾਂਜੀ,
ਲਗਾਤਾਰਤਾ, ਨਿਰੰਤਰਤਾ, ਕਿਉਂਕਿ ਉਹ ਕਿਸੇ ਇੱਕ ਥਾਂ ਤੇ ਜਾ ਕੇ ਇਤਿਹਾਸ ਖੜ ਨਹੀਂ ਜਾਂਦਾ, ਜੀ ਉਹ ਅਗਾਂਹ ਸੁਧਰਦਾ ਰਹਿੰਦਾ। ਫਿਰ ਕਈ ਵਾਰੀ ਉਹ ਵਾਪਸ ਮੋੜਾ ਕੱਢ ਕੇ ਉੱਧਰ ਹੀ ਆ ਖਲੋਂਦਾ ਜਿੱਥੇ ਉਹ ਸ਼ੁਰੂ ਹੋਇਆ ਸੀ। ਜੀ ਸੋ ਇਤਿਹਾਸ ਇੱਕ ਨਿਰੰਤਰਤਾ ਹੈ, ਇੱਕ ਲਗਾਤਾਰਤਾ ਹੈ। ਔਰ ਅਸੀਂ ਸਿਰਫ ਇਤਿਹਾਸ ਪੜ੍ਹਦੇ ਨਹੀਂਗੇ, ਇਤਿਹਾਸ ਦੀ ਚਰਚਾ ਨਹੀਂ ਕਰਦੇ, ਅਸੀਂ ਇਤਿਹਾਸ ਦਾ ਪਾਤਰ ਹਾਂ, ਜੀ ਵੀ ਰਹੇ ਹਾਂ ਉਸ ਇਤਿਹਾਸ ਨੂੰ। ਬਿਲਕੁਲ ਇਹ ਗੱਲ ਜੇ ਲੋਕੀ ਸਮਝ ਜਾਣਗੇ ਤਾਂ ਸ਼ਾਇਦ ਬਹੁਤ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣ। ਜੀ ਬਹੁਤ ਸਾਰੇ ਲੋਕ ਤਾਂ ਇਹੀ ਸਮਝਦੇ ਕਿ ਅਸੀਂ ਮਾਰਜਿਨਸ ਤੇ ਬੈਠੇ ਹਾਂ, ਹਾਸ਼ੀਏ ਤੇ ਬੈਠੇ ਹਾਂ, ਅਸੀਂ ਇਤਿਹਾਸ ਨੂੰ ਪੜ੍ਹ ਰਹੇ ਹਾਂ, ਇਤਿਹਾਸ ਦੇ ਵੱਡੇ ਵੱਡੇ ਪਾਤਰਾਂ ਨੂੰ ਅਸੀਂ ਸਮਝ ਰਹੇ ਹਾਂ, ਪਰ ਲੋਕੀ ਇਹ ਭੁੱਲ ਜਾਂਦੇ ਕਿ ਤੁਸੀਂ ਵੀ ਉਸ ਇਤਿਹਾਸ ਦਾ ਹਿੱਸਾ ਹੋ। ਹਿੱਸਾ ਬਿਲਕੁਲ ਸਹੀ ਹੈ। ਉਹ ਜਿਹੜੀ ਜਿਸ ਕਿਸਮ ਦੀਆਂ ਕਰੋਪੀਆਂ ਆਉਂਦੀਆਂ, ਸਮੱਸਿਆਵਾਂ ਆਉਂਦੀਆਂ, ਤੁਹਾਡੇ ਤੇ ਉਸ ਦਾ ਅਸਰ ਪੈਣਾ ਲਾਜ਼ਮੀ ਹੈ। ਜੀ ਤੁਸੀਂ ਉਸ ਨੂੰ ਕਬੂਲਣਾ ਚਾਹੋ ਉਹ ਵੱਖਰੀ ਗੱਲ ਹੈ, ਨਹੀਂ ਕਬੂਲਣਾ ਚਾਹੋ ਤੁਹਾਡੀ ਮਰਜ਼ੀ ਹੈ। ਪਾਸਾ ਵਟਣਾ ਬਹੁਤ ਸੌਖਾ, ਜੀ ਕਬੂਲਣਾ ਤੇ ਉਸ ਨੂੰ ਹੰਡਾਉਣਾ ਤੇ ਉਸ ਤੋਂ ਬਾਅਦ ਜਵਾਬ ਦੇਣ ਲਈ ਖੜਨਾ, ਹਿੱਕ ਡਾ ਕੇ, ਇਹ ਇੱਕ ਵੱਖਰੀ ਗੱਲ ਹੈ। ਸਹੀ ਗੱਲ ਹੈ। ਹੁਣ ਅਸੀਂ ਗੱਲ ਕਰੀ 10 ਮਈ ਦੀ ਮਹੱਤਤਾ ਬਾਰੇ। ਜੀ 10 ਮਈ ਨੂੰ 1857 ਵਿੱਚ ਜਿਹੜਾ ਪਹਿਲਾ ਇੱਕ ਵੱਡਾ ਜਿਹਨੂੰ ਕਹਿੰਦੇ ਸੰਗਠਿਤ ਵਿਦਰੋਹ ਹੋਇਆ ਭਾਰਤ ਵਿੱਚ ਬਰਤਾਨਵੀ ਹੁਕੂਮਤ ਦੇ ਖਿਲਾਫ, ਇਹ ਨਹੀਂ ਹੈ ਕਿ ਉਹ ਪਹਿਲਾਂ ਹੀ ਆਪਣੇ ਆਪ 'ਚ ਵਿਦਰੋਹ ਸੀਗਾ, ਉਸ ਤੋਂ ਪਹਿਲਾਂ ਵੀ ਇਸ ਵਿਦਰੋਹ ਲਈ ਜ਼ਮੀਨਾਂ ਤਿਆਰ ਹੋਈਆਂ, ਕੋਈ ਸ਼ੱਕ ਨਹੀਂ। ਪੰਜਾਬ 'ਚ ਵੀ, ਭਾਰਤ ਦੇ ਹੋਰਨਾਂ ਹਿੱਸਿਆਂ 'ਚ ਵੀ, ਕਿਉਂਕਿ ਜਦੋਂ ਬਰਤਾਨਵੀ ਹੁਕੂਮਤ ਦਾ ਲਗਾਤਾਰ ਉੱਥੇ ਪਸਾਰਾ ਹੋ ਰਿਹਾ ਸੀ ਤੇ ਕਿਤੇ ਟਾਵੇਂ ਵਿਰੋਧ ਹਰ ਪਾਸੇ ਹੋਇਆ, ਕਿਤੇ ਆਦੀਵਾਸੀਆਂ ਨੇ ਕੀਤਾ, ਕਿਤੇ ਸਿੱਖਾਂ ਨੇ ਕੀਤਾ, ਕਿਸੇ ਹੋਰ ਕੌਮਾਂ ਨੇ ਕੀਤਾ। ਜੀ ਪਰ 1857 ਨੂੰ ਕੀ ਹੋਇਆ ਕਿ ਵੱਡੇ ਜਿਹੜੀ ਹੋਰ ਹੁਕੂਮਤਾਂ ਸੀਗੀਆਂ, ਛੋਟੀਆਂ ਮੋਟੀਆਂ ਰਿਆਸਤਾਂ ਸੀਗੀਆਂ, ਜਿਹੜੇ ਉਹਨਾਂ ਦੇ ਆਗੂ ਸੀਗੇ, ਕੋਈ ਹਿੰਦੂ ਸੀ, ਕੋਈ ਮੁਸਲਮਾਨ ਸੀ, ਉਹ ਇਕੱਠੇ ਹੋ ਕੇ ਜਿਵੇਂ ਆਏ ਨੇ ਔਰ ਨਿਤਰੇ ਨੇ ਬਰਤਾਨਵੀ ਸਾਮਰਾਜ ਦੇ ਖਿਲਾਫ। ਜੀ ਇਹ ਆਜ਼ਾਦੀ ਦੀ ਪਹਿਲੀ ਇੱਕ ਸੰਗਠਿਤ ਲੜਾਈ ਸੀ, ਕਹੀ ਜਾ ਸਕਦੀ ਹੈ। ਜੀ ਔਰ ਉਸ ਵਿੱਚ ਜਿਹੜੀ ਖੂਬੀ ਇਹ ਸੀ ਕਿ ਵੱਖਰੇ ਵੱਖਰੇ ਫਿਰਕਿਆਂ ਦੇ ਲੋਕ ਸੀਗੇ। ਸੋ ਅੱਜ ਅਸੀਂ ਵੇਖਦੇ ਹਾਂ ਕਿ ਜਿਹੜਾ ਜਿਸ ਕਿਸਮ ਦਾ ਭਾਰਤ ਵਿੱਚ ਮਾਹੌਲ ਹੈ, ਇਹਨਾਂ ਦੋ ਫਿਰਕਿਆਂ ਨੂੰ ਆਪਸ ਵਿੱਚ ਪਾੜਨ ਦੀਆਂ ਗੱਲਾਂ ਹੋ ਰਹੀਆਂ। ਮੁਸਲਮਾਨਾਂ ਨੂੰ ਮਨਫੀ ਕੀਤਾ ਜਾ ਰਿਹਾ ਇਸ ਇਤਿਹਾਸ ਦੀ ਲੜਾਈ 'ਚੋਂ ਜਾਂ ਰਾਸ਼ਟਰਵਾਦ ਦੇ ਨਾਂ 'ਤੇ। ਸੋ 1857 ਇਸ ਗੱਲ ਦਾ ਸੂਚਕ ਹੈ ਕਿ ਉਸ ਲੜਾਈ ਦੇ ਵਿੱਚ ਉਹਨਾਂ ਦਾ ਯੋਗਦਾਨ ਕਿਹੋ ਜਿਹਾ ਸੀ। ਜੀ ਬਹਾਦਰ ਸ਼ਾਹ ਦਾ ਯੋਗਦਾਨ ਕਿੱਦਾਂ ਦਾ ਸੀ, ਲక్ష్ਮੀ ਬਾਈ ਦੀ ਆਪਣੀ ਜਿਹੜੀ ਪਲਟਨ ਵਿੱਚ ਮੁਸਲਮਾਨਾਂ ਦਾ ਰੋਲ ਕੀ ਸੀ। ਸੋ ਇਹ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ। ਇਸ ਦੇ ਵਿੱਚ ਜਿਹੜਾ ਇੱਕ ਕਹਾਣੀ ਪ੍ਰਚਾਰੀ ਜਾਂਦੀ ਕਿ ਬਗਾਵਤ ਇਸ ਕਰਕੇ ਹੋਈ ਕਿ ਕਾਰਤੂਸਾਂ ਵਿੱਚ ਅਫਵਾਹ ਉੱਡੀ ਕਿ ਸੂਰ ਦੀਆਂ ਗਾਂ ਦੀ ਚਰਬੀ ਹੈ। ਹਾਂਜੀ ਇਹ ਗੱਲ ਇੱਕ ਹੱਦ ਤੱਕ ਠੀਕ ਹੈ ਕਿ ਲੋਕਾਂ ਦੇ ਵਿੱਚ ਕਈ ਵਾਰੀ ਹਲੂਣਾ ਦੇਣ ਲਈ ਕੁਝ ਘਟਨਾਵਾਂ ਵਾਪਰਦੀਆਂ। ਹਾਂਜੀ ਪਰ ਜੇ ਇਹ ਮੰਨੀਏ ਕਿ ਸਿਰਫ ਇਸੇ ਘਟਨਾ ਕਰਕੇ ਹੀ ਵਿਦਰੋਹ ਹੋਇਆ, ਇਹ ਗੱਲ ਮੁਨਾਸਿਬ ਨਹੀਂ। ਜੀ ਜਿਵੇਂ ਪਹਿਲਾਂ ਵੀ ਕਿਹਾ ਕਿ ਜ਼ਮੀਨ ਪਹਿਲਾਂ ਵੀ ਤਿਆਰ ਸੀ। ਹਾਂਜੀ ਹਾਲਾਤ ਇਹ ਸੀ ਕਿ ਕੰਪਨੀ ਦੇ ਜਿਹੜੇ ਗੋਰੇ ਮੁਲਾਜ਼ਮ ਸੀਗੇ ਉਹਨਾਂ ਦੀ ਤਨਖਾਹਾਂ ਵੱਧ ਹੁੰਦੀ ਸੀਗੀਆਂ, ਬਾਕੀਆਂ ਨੂੰ ਟਿੱਚ ਸਮਝਿਆ ਜਾਂਦਾ ਸੀ ਉੱਥੇ। ਜੀ ਸਵਦੇਸ਼ੀ ਜਿਹੜੀ ਇੰਡਸਟਰੀ ਸੀ ਉਹਦਾ ਬੁਰਾ ਹਾਲ ਹੋ ਚੁੱਕਾ ਸੀਗਾ, ਕਿਸਾਨੀ ਦਾ ਹਾਲ ਮਾੜਾ ਸੀ, ਜੀ ਵਿਦੇਸ਼ੀ ਲੁੱਟ ਖਸੁੱਟ ਹੋ ਰਹੀ ਸੀਗੀ, ਵਿਦੇਸ਼ੀ ਸਰਮਾਇਆ ਕਾਫੀ ਛਾਇਆ ਹੋਇਆ ਸੀ। ਜੀ ਸੋ ਇੱਕ ਬੇਚੈਨੀ ਵਾਲਾ ਆਲਮ ਸੀਗਾ ਜਿਸ ਵਿੱਚੋਂ ਇਹ ਗਦਰ ਹੋਇਆ। ਜੀ ਜਿਹੜੇ ਪਲਟਨ ਵਿੱਚ ਕੰਮ ਕਰਦੇ ਸੀਗੇ ਕੰਪਨੀ ਲਈ, ਆਖਰ ਉਹ ਵੀ ਸਮਾਜ ਦਾ ਹਿੱਸਾ ਸੀਗੇ। ਜੀ ਸੋ ਕਿਧਰੇ ਨਾ ਕਿਧਰੇ ਉਹ ਬੇਚੈਨੀ ਸੀ। ਜਦੋਂ ਇਹ ਅਫਵਾਹ ਉੱਡੀ ਕਿ ਕਾਰਤੂਸਾਂ ਵਿੱਚ ਗਾਂ ਤੇ ਸੂਰ ਦੀ ਚਰਬੀ, ਉਸਨੇ ਬਲਦੀ 'ਚ ਤੇਲ ਦਾ ਕੰਮ ਕੀਤਾ। ਸੋ ਜ਼ਮੀਨ ਪਹਿਲਾਂ ਤਿਆਰ ਸੀ, ਉਸ ਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਅਗਲੀ ਗੱਲ ਇਹ ਹੋਈ ਕਿ ਇਸ ਲੜਾਈ ਦੇ ਵਿੱਚ ਜਿਹੜੇ ਲੋਕ ਨਾਇਕ ਸੀਗੇ ਜੀ ਉਹਨਾਂ ਨੂੰ ਖਲਨਾਇਕ ਬਣਾ ਕੇ ਬਰਤਾਨੀਆ ਵੱਲੋਂ ਪੇਸ਼ ਕੀਤਾ ਗਿਆ। ਉਹਨਾਂ ਬਾਰੇ ਇਹ ਧਾਰਨਾ ਬਣਾਈ ਗਈ ਕਿ ਉਹ ਜਾਬਰ ਕਿਸਮ ਦੇ ਲੋਕ ਸੀਗੇ, ਉਹਨਾਂ ਨੂੰ ਇਸ ਵਿਦਰੋਹ ਨੂੰ ਦਬਾਉਣਾ ਬਹੁਤ ਜ਼ਰੂਰੀ ਸੀ। ਸੋ ਇਸ ਕਿਸਮ ਦੀ ਪੇਸ਼ਕਾਰੀ ਉਹਨਾਂ ਨੇ ਕੀਤੀ। ਜੀ ਪੂਰੇ 50 ਸਾਲ ਬਾਅਦ 1907 ਵਿੱਚ ਜਦੋਂ ਭਗਤ ਸਿੰਘ ਦਾ ਜਿਸ ਸਾਲ ਜਨਮ ਹੋਇਆ, ਉਦੋਂ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਪੰਜਾਬ 'ਚ। ਜੀ ਉਸ ਵੇਲੇ ਬਰਤਾਨੀਆ ਨੂੰ ਇਸ ਗੱਲ ਦਾ ਫਿਕਰ ਸੀ ਕਿ 50 ਸਾਲਾਂ ਜਦੋਂ ਮੌਕੇ ਮਨਾਇਆ ਜਾ ਰਿਹਾ ਕੀ ਹੋਊਗਾ। ਲੰਡਨ ਦੇ ਵਿੱਚ ਬਕਾਇਦਾ ਉਹਨਾਂ ਦੇ ਹੱਕ 'ਚ ਪ੍ਰਚਾਰ ਹੋਇਆ ਜਿਨ੍ਹਾਂ ਨੇ ਇਸ ਗਦਰ ਨੂੰ ਕੁਚਲਿਆ। ਉੱਥੇ ਵੀ ਇਹੀ ਪ੍ਰਚਾਰ ਹੋਇਆ ਕਿ ਇਹ ਜਿਹੜੇ ਲੋਕ ਸੀਗੇ ਇਹ ਬੜੇ ਇੱਕ ਰੂੜੀਵਾਦੀ ਕਿਸਮ ਦੇ ਲੋਕ ਸੀ, ਮਾੜੇ ਲੋਕ ਸੀ। ਉੱਥੇ ਮਦਨ ਲਾਲ ਢੀਂਗਰਾ ਜਾਂ ਬਾਕੀ ਸਾਰਿਆਂ ਨੇ ਉੱਥੇ ਉਹਨਾਂ ਦੇ ਹੱਕ 'ਚ ਜੀ ਮੁਹਿੰਮ ਚਲਾਈ। ਸੋ 50ਵੇਂ ਸਾਲ ਵਿੱਚ ਜੋ ਹੋਇਆ ਵਾਪਰਿਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਕ ਪਾਸੇ ਕਿਸਾਨੀ ਲਹਿਰ ਚੱਲ ਰਹੀ ਹੈ, ਬਰਤਾਨੀਆ ਨੂੰ ਫਿਕਰ ਪਿਆ ਹੋਇਆ ਕਿ ਇਹ ਕੋਈ ਵੱਡਾ ਗਦਰ ਮਚ ਸਕਦਾ। ਜੀ ਸੋ ਉਹਨੂੰ ਠੱਲਣ ਲਈ ਪੂਰੀਆਂ ਕੋਸ਼ਿਸ਼ਾਂ ਹੋ ਰਹੀਆਂ। ਉਸ ਦੌਰ ਦੇ ਵਿੱਚ ਜਿਹੜੇ ਸੋਹਣ ਸਿੰਘ ਭਕਨਾ ਹੁਣੀ ਵੀ ਉਸ ਲਹਿਰ ਦਾ ਹਿੱਸਾ ਬਣੇ। ਬਾਅਦ 'ਚ ਉਹ ਅਮਰੀਕਾ ਆਉਂਦੇ ਨੇ ਜੀ ਔਰ ਲੰਡਨ 'ਚ ਪਹਿਲਾਂ ਹੀ ਗੱਲ ਚੱਲ ਰਹੀ ਹੈ ਉਸ ਗਦਰ ਦੀ, ਪਹਿਲੇ ਗਦਰ ਦੀ। ਉਸ ਤੋਂ ਬਾਅਦ ਇੱਥੇ ਗਦਰ ਪਾਰਟੀ ਦੀ ਸਥਾਪਨਾ ਹੁੰਦੀ ਹੈ। ਪਾਰਟੀ ਦਾ ਨਾਂ ਕੁਝ ਹੋਰ ਸੀ, ਹਿੰਦੀ ਪੈਸੀਫਿਕ ਐਸੋਸੀਏਸ਼ਨ। ਜੀ ਜਦੋਂ ਉਹਨਾਂ ਨੇ ਪਹਿਲਾ ਅਖਬਾਰ ਸ਼ੁਰੂ ਕੀਤਾ ਉਸ ਦਾ ਨਾਂ ਗਦਰ ਰੱਖਿਆ, ਯਾਨੀ ਕਿ ਉਸ ਗਦਰ ਤੋਂ ਪ੍ਰੇਰਨਾ ਲੈ ਕੇ ਫਿਰ ਉਹਨਾਂ ਦਾ ਨਾਂ ਗਦਰ ਪਾਰਟੀ ਪੱਕ ਗਿਆ। ਸੋ ਇੱਕ ਲਗਾਤਾਰਤਾ ਨੂੰ ਸਮਝਦੇ ਹੋਏ ਮੈਂ ਗੱਲ ਕਹਿ ਰਿਹਾ ਜੀ। ਸੋ ਉਸੇ ਮੌਕੇ ਤੇ ਅਸੀਂ ਕੱਲ ਜਿਵੇਂ ਐਤਵਾਰ ਨੂੰ 10 ਮਈ ਵਾਲੇ ਦਿਨ ਹਾਂਜੀ ਸਰੀ 'ਚ ਇੱਕ ਰੈਲੀ ਵੀ ਕੱਢੀ। ਠੀਕ ਹੈ। ਜਿਹੜਾ ਭਾਰਤੀ ਜਿਹੜਾ ਵੀਜ਼ਾ ਦਫ਼ਤਰ ਹੈ ਸਰੀ ਦੇ ਵਿੱਚ, ਜੀ ਉਸ ਦੇ ਬਾਹਰ ਅਸੀਂ ਕਾਰ ਰੈਲੀ ਕੱਢੀ। ਕੋਵਿਡ-19 ਕਰਕੇ ਤੁਸੀਂ ਵੱਡੇ ਇਕੱਠ ਨਹੀਂ ਕਰ ਸਕਦੇ, ਬਿਲਕੁਲ। ਸੋ ਲਾਗੇ ਹੋ ਕੇ ਵੀ ਨਹੀਂ ਬਹਿ ਸਕਦੇ, ਸਰੀਰਕ ਦੂਰੀ ਬਣਾਉਣਾ ਵੀ ਜ਼ਰੂਰੀ ਹੈ, ਇਕੱਠ ਵੀ ਛੋਟੇ ਰੱਖਣੇ ਪੈਂਦੇ। ਅਸੀਂ ਕਾਰ ਰੈਲੀ ਕੱਢੀ
ਜਿਹੜਾ ਹੁਣ ਇਸ ਵੇਲੇ ਜ਼ੁਲਮ ਹੋ ਰਿਹਾ ਭਾਰਤ ਵਿੱਚ, ਉਸ ਵੱਲ ਲੋਕਾਂ ਦਾ ਧਿਆਨ ਦਿਵਾਉਣ ਲਈ, ਨਾਲ ਦੀ ਨਾਲ ਇਸ ਗੱਲ ਤੇ ਜ਼ੋਰ ਦੇਣ ਲਈ ਕਿ ਜੋ ਗਦਰੀਆਂ ਦੇ ਸੁਪਨੇ ਦਾ ਭਾਰਤ ਸੀ ਉਹ ਇਹ ਭਾਰਤ ਨਹੀਂ ਹੈ। ਇਸ ਕਰਕੇ ਗਦਰ ਪਾਰਟੀ ਦਾ ਝੰਡਾ ਵੀ ਅਸੀਂ ਗੱਡੀ ਦੇ ਉੱਤੇ ਆਪਣੀ ਲਾਇਆ ਜੀ, ਔਰ ਇਸ਼ਤਿਹਾਰ ਵੀ ਅਸੀਂ ਉੱਥੇ ਚੱਕੇ ਹੋਏ ਸੀ ਨਾਲ। ਜਿਹੜੀ ਸਫੂਰਾ ਜ਼ਾਰਗਰ ਜਿਹੜੀ ਜਨਾਨੀ ਹਾਂਜੀ ਸੀਏ ਦੇ ਖਿਲਾਫ ਖੜੀ ਹੋਈ, ਜਿਸ ਨੂੰ ਅੰਦਰ ਦਿੱਤਾ ਗਿਆ, ਜਿਹੜੀ ਗਰਭਵਤੀ ਹੈ, ਉਸ ਦੇ ਹੱਕ ਵਿੱਚ ਇਹ ਮੁਹਿੰਮ ਸੀ। ਸੋ ਸੀਏ ਜਿਹੜਾ ਕਾਨੂੰਨ ਜਿਸ ਕਿਸਮ ਦਾ ਲਿਆ ਰਹੀ ਸਰਕਾਰ, ਇਹ ਬਕਾਇਦਾ ਉਸ ਗਦਰ ਪਾਰਟੀ ਦੀ ਸਪਿਰਿਟ ਦੀ ਉਲੰਘਣਾ ਹੈ, ਅਵਗਿਆ ਹੈ। ਇਸ ਕਰਕੇ ਅਸੀਂ ਇਹ 10 ਮਈ ਵਾਲੇ ਦਿਨ ਇੱਕ ਐਕਸ਼ਨ ਕੀਤਾ। ਨਾਲ ਦੀ ਨਾਲ ਕੱਲ੍ਹ ਮਦਰਸ ਡੇ ਵੀ ਸੀ। ਹਾਂਜੀ, ਸੋ ਕਿਉਂਕਿ ਸਫੂਰਾ ਖੁਦ ਇੱਕ ਹੋਣ ਵਾਲੀ ਮਾਂ ਹੈ, ਬਿਲਕੁਲ। ਸੋ ਅਸੀਂ ਸੋਚਿਆ ਕਿ ਕਿਉਂ ਨਾ ਉਸ ਦਿਨ ਐਕਸ਼ਨ ਹੋਵੇ। ਤੁਸੀਂ ਆਪ ਬਹੁਤ ਮਹੱਤਵਪੂਰਨ ਕਦਮ ਚੁੱਕਿਆ, ਖਾਸ ਤੌਰ ਤੇ ਇਤਿਹਾਸਕ ਪੱਖ ਵੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਗਦਰ 1857 ਵਿਦਰੋਹ, ਤੇ ਉਸ ਤੋਂ ਇਲਾਵਾ ਜਿਹੜੇ ਇੱਕ ਮਾਂ ਦੇ ਹੋਣ ਵਾਲੀ ਮਾਂ ਦੇ ਤੌਰ ਤੇ ਜਿਹੜਾ ਇਹ ਜ਼ੁਲਮ ਜਿਸ ਕਿਸਮ ਦਾ ਹੈ, ਇਸ ਤੇ ਅਸੀਂ ਆਉਣ ਤੋਂ ਪਹਿਲਾਂ ਇੱਕ ਵਾਰ ਫਿਰ ਥੋੜਾ ਜਿਹਾ, ਜਿਸ ਤਰ੍ਹਾਂ ਉਸ ਦੇ ਬਹੁਤ ਸਾਰੇ ਪਹਿਲੂ ਨੇ, ਉਹਨਾਂ ਦੇ ਆਪੋ ਆਪਣੇ ਇਤਿਹਾਸ ਨੇ, ਕਿਉਂਕਿ ਇਤਿਹਾਸ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਵਿਸਤਾਰ 'ਚ ਫਿਰ ਵੀ ਕਦੇ ਡਿਸਕਸ ਕੀਤਾ ਜਾ ਸਕਦਾ, ਪਰ ਟੂਕ ਮਾਤਰ 2-3 ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ ਕਿ 1857 ਨੂੰ ਸੰਗਠਿਤ ਰੂਪ ਦੇ ਵਿੱਚ ਭਾਰਤ ਦੇ ਵਿੱਚ ਬਹਾਦਰ ਸ਼ਾਹ ਜ਼ਫਰ ਜਿਹੜਾ ਦਿੱਲੀ ਦੇ ਵਿੱਚ ਸੀ, ਜਾਂ ਆਖਰੀ ਬਾਦਸ਼ਾਹ ਗਿਣਿਆ ਜਾਂਦਾ। ਇਸੇ ਤਰ੍ਹਾਂ ਵੱਖ-ਵੱਖ ਦੂਸਰੇ ਮਹਾਰਾਣੀ ਝਾਂਸੀ ਹੋਈ, ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਰਾਜੇ ਸਨ, ਉਹਨਾਂ ਸਾਰਿਆਂ ਨੇ ਜਿਨ੍ਹਾਂ ਦੇ ਜੋ ਹੱਕੋ ਹਕੂਕ ਸੀ, ਜਿਹੜੇ ਕਿ ਉਸ ਵੇਲੇ ਸਰਕਾਰ ਨੇ ਦਬਾਏ, ਜਾਂ ਜਿਨ੍ਹਾਂ ਦੇ ਰਾਜ ਪ੍ਰਬੰਧ ਸਨ, ਜਿਨ੍ਹਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਤੋਂ ਹਟਾ ਕੇ ਆਪਣੇ ਕਬਜ਼ੇ 'ਚ ਸਿੱਧਾ ਲੈਣ ਦੀ ਕੋਸ਼ਿਸ਼ ਸੀ, ਤੇ ਯੂਪੀ ਦਾ ਹਿੱਸਾ, ਦਿੱਲੀ ਦਾ ਹਿੱਸਾ, ਜਿਸ ਤਰੀਕੇ ਨਾਲ ਇਹ ਫੈਲਿਆ। ਤੇ ਇਹ ਵੀ ਇਤਿਹਾਸਕ ਹੈ ਕਿ ਉਸ ਦੇ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਗਏ। ਇੱਕ ਇਤਿਹਾਸਕ ਪੱਖ ਇਹ ਵੀ ਹੈ ਜਿਹੜਾ ਕਿ ਕਿਤਾਬਾਂ ਦੇ ਵਿੱਚ ਵੀ ਜ਼ਿਕਰ, ਕਿਉਂਕਿ ਬਹੁਤ ਕੁਝ ਇਤਿਹਾਸ ਦਾ ਹੁਣ ਵਿਗਾੜਿਆ ਜਾ ਰਿਹਾ, ਉਸ ਦੀਆਂ ਮੂਲ ਟਰਮਸ ਵੀ ਬਦਲੀਆਂ ਜਾ ਰਹੀਆਂ, ਉਹਦੇ ਇਲਾਕਿਆਂ ਦੇ ਨਾਮ ਵੀ ਬਦਲੇ ਜਾ ਰਹੇ ਆ। ਬਹਾਦਰ ਸ਼ਾਹ ਜ਼ਫਰ ਦਾ ਜਿਹੜਾ ਉਸਤਾਦ ਹੈ ਸ਼ਾਇਰ, ਜਿਸ ਨੇ ਬੜਾ ਕਮਾਲ ਦਾ ਇਸ ਦੇ ਵਿੱਚ ਜ਼ਿਕਰ ਵੀ ਕੀਤਾ, ਗਾਲਿਬ ਨੇ ਕਈ ਹਵਾਲੇ ਵੀ ਦਿੱਤੇ ਨੇ ਆਪਣੀਆਂ ਰਚਨਾਵਾਂ ਦੇ ਵਿੱਚ। ਉਹਨਾਂ ਨੇ ਇਹ ਦੱਸਿਆ ਕਿ ਮੈਂ ਜਿਹੜਾ ਚਾਂਦਨੀ ਚੌਂਕ ਦੇ ਪਿੱਛੇ ਦਾ ਇਲਾਕਾ ਸੀ, ਉੱਥੇ ਉਸ ਗਲੀ 'ਚ ਰਹਿੰਦਾ ਸੀ। ਉਸ ਜਗ੍ਹਾ ਦੇ ਉੱਪਰ ਵੀ ਜਿਹੜਾ ਹੈ ਜਿੱਥੇ ਹਮਲੇ ਵੱਖ-ਵੱਖ ਲੋਕ ਮਰੇ, ਉੱਥੇ ਮੇਰਾ ਬਚਾਅ ਹੋਇਆ ਕਿ ਪੰਜਾਬ ਦੀ ਇੱਕ ਪਲਟਨ ਜਿਹੜੀ ਸੀ ਉਸ ਦੀ ਦੇਖਭਾਲ ਕਰ ਰਹੀ ਸੀ। ਹੁਣ ਪੰਜਾਬ ਦੇ ਵਿੱਚੋਂ ਜਦੋਂ ਗੱਲ ਚੱਲਦੀ ਹੈ ਕਿ 3 ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ, ਜਿਹੜਾ ਕਿ ਉਸ ਵੇਲੇ ਇੱਕ ਹਿੰਦ ਪੰਜਾਬ ਦਾ ਹੋਣ ਲੱਗਾ ਜੰਗ, ਇੱਕ ਦੇਸ਼ ਪੰਜਾਬ ਸੀ ਤੇ ਇੱਕ ਹਿੰਦੁਸਤਾਨ ਸੀ। ਇਹ ਹਿੰਦੁਸਤਾਨ ਤੇ ਰਾਜ ਅੰਗਰੇਜ਼ਾਂ ਦਾ ਸੀ, ਤੇ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਮੁਲਕ ਸੀ ਮੁਕੰਮਲ। ਤੇ ਉਹਨੇ ਇਹ ਲਿਖਿਆ ਕਿ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਪਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵੇਲੇ ਅੰਗਰੇਜ਼ਾਂ ਨਾਲ ਮਿਲ ਕੇ ਚੱਲਣ ਵਾਲੇ ਜਿਹੜੇ ਸਨ, ਉਹ 3 ਅਲੱਗ-ਅਲੱਗ ਜਿਹੜੀਆਂ ਉਹਨਾਂ ਦੀਆਂ ਫੌਜਾਂ, ਜਿਨ੍ਹਾਂ ਦੀ ਰਿਆਸਤਾਂ ਸਨ, ਰਿਆਸਤ ਪਟਿਆਲਾ, ਰਿਆਸਤ ਨਾਭਾ ਤੇ ਰਿਆਸਤ ਕਪੂਰਥਲਾ। ਦਿਲਚਸਪ ਗੱਲ ਇਹ ਹੈ ਕਿ ਇਹ ਰਿਆਸਤਾਂ ਜ਼ਰੂਰ 1857 ਦੇ ਵਿਦਰੋਹ ਵੇਲੇ ਵੀ ਅੰਗਰੇਜ਼ਾਂ ਦੇ ਨਾਲ ਸੰਮਿਲਿਤ ਹੋਈਆਂ। ਤੇ ਕਿਉਂਕਿ ਜਦੋਂ ਆਪਣੀ ਆਜ਼ਾਦੀ ਲਈ ਲੜ ਰਹੇ ਪੰਜਾਬ ਦੇ ਉਹ ਸੈਨਿਕ ਜਿਹੜੇ 10 ਸਾਲ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਆਪਣੇ ਰਾਜ ਨੂੰ ਕਾਇਮ ਰੱਖਦੇ ਰਹੇ ਤੇ ਹਰ ਹੀਲੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ, ਉਸ ਵੇਲੇ ਜਿਹੜਾ ਪੰਜਾਬ 'ਤੇ ਵੀ ਅੰਗਰੇਜ਼ਾਂ ਨੇ ਹਮਲਾ ਕੀਤਾ। ਅੰਗਰੇਜ਼ ਆਪ ਤਾਂ ਗਿਣਤੀ 'ਚ ਕੁਝ ਵੀ ਨਹੀਂ ਸਨ, ਉਹ ਸਾਰੇ ਇਹ ਪਹਾੜੀਏ ਜਿਹੜੇ ਸੈਨਿਕ ਸਨ, ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਨਾਲ ਲੈ ਕੇ ਅੰਗਰੇਜ਼ਾਂ ਤੋਂ ਤਨਖਾਹ ਲੈ ਕੇ ਲੜ ਰਹੇ ਸਨ, ਉਹਨਾਂ ਨੇ ਪੰਜਾਬ ਦੇ ਵਿੱਚ ਤਬਾਹੀ ਮਚਾਈ। ਸੋ ਇਹ ਸਾਰੀ ਡੈਫੀਨੇਸ਼ਨ, ਪਰਿਭਾਸ਼ਾ ਦਾ ਇੱਕ ਮੂਲ ਕੇਂਦਰ ਇਹ ਹੈ ਕਿ ਜਦੋਂ ਅੱਖਾਂ ਬੰਦ ਕਰਕੇ ਦੋਸ਼ ਲਾ ਦਿੱਤਾ ਜਾਂਦਾ ਹੈ ਕਿ ਜਿਹੜੇ ਪੰਜਾਬ ਸੀ ਉਸ ਨੇ ਸਾਥ ਨਹੀਂ ਦਿੱਤਾ ਗਦਰ ਦਾ, ਜੇ ਪੰਜਾਬ ਸਾਥ ਦਿੰਦੇ ਤਾਂ ਸ਼ਾਇਦ ਇਤਿਹਾਸ ਹੋਰ ਹੁੰਦਾ, ਜਾਂ ਉਹ ਮਿਲ ਗਏ। ਨਾ ਤਾਂ ਦੱਸਣ ਵਾਲਿਆਂ ਨੂੰ ਪਤਾ ਕਿ ਮਿਲਣ ਵਾਲੇ ਹੈ ਕਿਹੜੇ ਸਨ, ਤੇ ਨਾ ਇਹ ਪਤਾ ਕਿ 1849 ਦੇ ਵਿੱਚ ਜੋ ਕਸ਼ਟ ਪੰਜਾਬ ਨੇ ਝੱਲਿਆ, ਜਿਸ ਤਰੀਕੇ ਨਾਲ ਉਸ ਦੁਖਾਨ ਦੇ ਵਿੱਚੋਂ ਦੀ ਲੰਘਿਆ, ਉਸ ਵੇਲੇ ਪੰਜਾਬ ਇਕੱਲਾ ਪੈ ਗਿਆ ਸੀ, ਇੱਕ ਪਾਸੇ ਪੂਰਾ ਹਿੰਦੁਸਤਾਨ, ਦੂਜਾ ਪੰਜਾਬ। ਸੋ ਪੰਜਾਬ ਨੂੰ ਇਸ ਤਰ੍ਹਾਂ ਕਸੂਰਵਾਰ ਠਹਿਰਾਉਣਾ ਕਿੰਨਾ ਕੁ ਜਾਇਜ਼ ਹੈ? ਦੇਖੋ, ਇਤਿਹਾਸ ਨਾਲ ਖਿਲਵਾੜ ਆ। ਪਹਿਲੀ ਗੱਲ ਕਿ ਇਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਹਨਾਂ ਲੋਕਾਂ ਦੇ ਹੱਕ 'ਚ ਭੁਗਤਣ ਵਾਲੀ ਗੱਲ ਆ ਜਿਹੜੇ ਇਸ ਪਹਿਲੇ ਗਦਰ ਨੂੰ ਵੈਸੇ ਹੀ ਖਲਨਾਇਕ ਬਣਾ, ਮਤਲਬ ਉਹਦੇ ਪਾਤਰਾਂ ਨੂੰ, ਮੁੱਖ ਪਾਤਰਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰ ਰਹੇ, ਉਸ ਲੜਾਈ ਨੂੰ ਘਟਾ ਕੇ ਵੇਖ ਰਹੇ ਨੇ। ਇਹ ਉਹੀ ਲੋਕ ਨੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰ ਰਹੇ ਜੀ। ਉਹ ਦੱਸਣਾ ਚਾਹੁੰਦੇ ਨੇ ਕਿ ਇੱਕ ਤਾਂ ਲੜਾਈ ਮੁਕੰਮਲ ਨਹੀਂ ਸੀ, ਇਸ ਵਿੱਚ ਆਪ ਪਾਤਰ ਨਹੀਂ ਸੀਗੇ ਜਾਂ ਪੰਜਾਬ ਨਹੀਂ ਸੀਗਾ ਜੀ। ਦੇਖੋ, ਪੰਜਾਬ ਦੇ ਵਿੱਚ ਸਾਨੂੰ ਇਹ ਮੰਨਣਾ ਪੈਣਾ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਉਹ 3 ਜਿਹੜੇ ਰਿਆਸਤਾਂ ਬਾਰੇ। ਹਾਂਜੀ ਹਾਂਜੀ। ਹੁਣ ਜਿਹੜਾ ਪੰਜਾਬ ਲੰਬਾ ਸਮਾਂ ਬਰਤਾਨਵੀਆਂ ਦੇ ਅਧੀਨ ਨਹੀਂ ਆਇਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੇਠਾਂ, ਬਿਲਕੁਲ, ਉਹਨੂੰ ਕਿਹੜੀ, ਉਸ ਗੱਲ ਨੂੰ ਕਿਹੜੇ ਖਾਤੇ 'ਚ ਪਾਓਗੇ? 1849 'ਚ ਉਹਨਾਂ ਦੀ ਮੌਤ ਤੋਂ ਬਾਅਦ ਹੀ, ਉਸ ਤੋਂ ਬਾਅਦ ਵੀ ਇੱਕਦਮ ਨਹੀਂ, ਕੁਝ ਸਮਾਂ ਲੱਗਾ, 10 ਸਾਲ 39 ਤੋਂ ਲੈ ਕੇ 49 ਤੱਕ ਦਾ ਸਮਾਂ। ਉਦੋਂ ਉਹਨੂੰ ਮੁਸ਼ਕਿਲ ਨਾਲ ਉੱਥੇ ਜਾ ਕੇ ਕਿਸੇ ਉਹਨੂੰ ਪੰਜਾਬ ਨੂੰ ਆਪਣੇ ਅਧੀਨ ਕਰ ਸਕੇ ਜੀ। ਉਹ ਜਿਹੜਾ ਇੱਕ ਟਾਈਮ ਪੀਰੀਅਡ ਹੈ, ਉਹ 'ਚ ਰੈਜ਼ਿਸਟੈਂਸ ਮਿਲੀ ਹੈ,
ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਜ਼ਮੀਨ ਤਿਆਰ ਹੋਈ ਹੈ। ਹਾਂਜੀ ਇਦਾਂ ਨਹੀਂ ਖਲਾ ਚੋਂ ਨਹੀਂ 1853 ਦਾ ਗਦਰ ਆਇਆ। ਜੀ ਜੀ ਉਸ ਤੋਂ ਪਹਿਲਾਂ ਵੀ ਇਸ ਹਕੂਮਤ ਦੇ ਖਿਲਾਫ ਥਾਂ ਥਾਂ ਤੇ ਟਾਵੇਂ ਲੜਾਈਆਂ ਹੋ ਰਹੀਆਂ ਸੀਗੀਆਂ। ਬਿਲਕੁਲ। ਪਲਾਸੀ ਦੀ ਵੀ ਲੜਾਈ ਹੋਈ ਆ, ਹਾਂਜੀ 100 ਸਾਲ ਪਹਿਲਾਂ ਲਾ ਲਓ। ਦੇਖੋ ਉਹ ਕਿਹੜੇ ਖਾਤੇ 'ਚ ਪਾਉਂਗੇ? ਫਿਰ ਮੇਰੇ ਆਪਣੇ ਬਜ਼ੁਰਗ ਜਿਹੜੇ ਮੇਰੇ ਪੜਦਾਦਾ ਜੀ ਬਾਪੂ ਸ਼ਾਮ ਸਿੰਘ, ਉਹ ਬਕਾਇਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਕੰਮ ਕਰਦੇ ਸੀ। ਜੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਗੱਲ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸ ਗਿਆ ਜਦੋਂ, ਹਾਂਜੀ ਤੇ ਬਰਤਾਨਵੀਆਂ ਨੇ ਚੋਗਾ ਪਾਇਆ ਜੀ ਉਹਨਾਂ ਸਿੱਖ ਫੌਜੀਆਂ ਨੂੰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਕੰਮ ਕਰਦੇ ਸੀ ਕਿ ਆਓ ਸਾਡੇ ਨਾਲ ਕੰਮ ਕਰੋ, ਜੀ ਕਿਉਂਕਿ ਉਹ ਵੇਖ ਚੁੱਕੇ ਸੀ ਇਹਨਾਂ ਦੀ ਤਾਕਤ ਨੂੰ। ਹਾਂ ਉਹਨਾਂ ਸਿੱਖ ਫੌਜੀਆਂ ਨੇ ਬਰਤਾਨਵੀਆਂ ਲਈ ਕੰਮ ਕਰਨ ਤੋਂ ਇਨਕਾਰ ਕੀਤਾ। ਉਹ ਕਹਿੰਦੇ ਸੀ ਸਰਕਾਰ ਦੀ ਨੌਕਰੀ ਤੁਹਾਡੀ ਨਹੀਂ ਕਰਨੀ, ਯਾਨੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਸੱਚੀ ਸਰਕਾਰ ਮੰਨਦੇ ਸੀ। ਉਹਨਾਂ ਨੂੰ ਕਿਹੜੇ ਖਾਤੇ ਪਾਉਂਗੇ? ਉਹ ਵੀ ਇੱਕ ਰੈਜ਼ਿਸਟੈਂਸ ਸੀ। ਬਿਲਕੁਲ। ਫਿਰ ਜਿਹੜੀਆਂ ਉਸ ਤੋਂ ਪਹਿਲਾਂ ਲੜਾਈਆਂ ਹੋਈਆਂ ਪੰਜਾਬ ਦੇ ਵਿੱਚ, ਹੋਰ ਸਿੱਖ ਜੰਗਾਂ ਹੋਈਆਂ, ਜੀ ਐਂਗਲੋ ਸਿੱਖ ਵਾਰ ਜਿਹਨੂੰ ਕਹਿੰਦੇ ਆ, ਉਹਨੂੰ ਕਿਹੜੇ ਖਾਤੇ 'ਚ ਪਾਉਂਗੇ? ਸੋ ਇਹ ਘੋਰ ਅਨਿਆਂ ਕੀਤਾ ਜਾ ਰਿਹਾ। ਚੰਦ ਇੱਕ ਜੇ ਮੁੱਠੀ ਪਰ ਰਿਆਸਤਾਂ ਨੇ ਜੇ ਘਟੀਆ ਰੋਲ ਪਲੇ ਕੀਤਾ ਤਾਂ ਉਸ ਨੂੰ ਲੈ ਕੇ ਅਸੀਂ ਸਾਰੇ ਮਤਲਬ ਬਾਕੀ ਸਾਰੇ ਪੋਚਾ ਫੇਰ ਦਈਏ, ਇਹ ਇਨਸਾਫ ਨਹੀਂਗਾ ਇਹ। ਬਿਲਕੁਲ। ਫਿਰ ਅੱਗੇ ਚੱਲਦੇ ਹਾਂ ਗੁਰਵਿੰਦਰ ਸਿੰਘ ਜੀ, ਤੁਸੀਂ ਤਾਂ ਸ਼ਾਇਦ ਪੜ੍ਹਿਆ ਹੋਊਗਾ ਕਿ ਬਾਬਾ ਗੁਰਦਿੱਤ ਸਿੰਘ ਜਿਹੜੇ ਇੱਥੇ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਆਏ। ਹਾਂਜੀ। ਮਹਾਰਾਸ਼ਟਰ ਵਿੱਚ ਕਿਸੇ ਨੇ ਮਿਹਣਾ ਮਾਰਿਆ ਉਹਨਾਂ ਨੂੰ ਕਿ ਸਿੱਖਾਂ ਨੇ 1857 'ਚ ਸਾਥ ਦਿੱਤਾ ਹੁੰਦਾ ਗਦਰ ਦਾ, ਤੇ ਅੱਜ ਇਤਿਹਾਸ ਹੋਰ ਹੋਣਾ ਸੀ। ਉਹ ਗੱਲ ਉਹਨਾਂ ਨੂੰ ਸੂਲ ਵਾਂਗੂ ਚੁਭੀ ਹੈ। ਉਹਨਾਂ ਨੇ ਨਿਸ਼ਚਾ ਕਰ ਲਿਆ ਕਿ ਮੈਂ ਕਾਮਾਗਾਟਾ ਮਾਰੂ ਦਾ ਜਹਾਜ਼ ਲਿਜਾ ਕੇ ਜਾਂ ਕੋਈ ਕਰਕੇ ਵਿਖਾਊਂਗਾ ਕਮਿਊਨਿਟੀ ਨੂੰ ਕਿ ਅਸੀਂ ਅੱਜ ਵੀ ਆਪਣੇ ਮੁਲਕ ਨੂੰ ਪਿਆਰ ਕਰਦੇ ਹਾਂ, ਨਾਲ ਖੜੇ ਹਾਂ। ਫਿਰ ਜਿਹੜੀ ਗਦਰ ਪਾਰਟੀ ਬਣੀ ਇੱਥੇ, ਜਿਸ 'ਚ ਬਹੁਤ ਗਿਣਤੀ ਸਿੱਖਾਂ ਦੀ ਸੀ, ਪੰਜਾਬੀਆਂ ਦੀ, ਉਹਨਾਂ ਨੇ ਪਹਿਲੇ ਗਦਰ ਤੋਂ ਪ੍ਰੇਰਣਾ ਲੈ ਕੇ ਗਦਰ ਅਖਬਾਰ ਸ਼ੁਰੂ ਕੀਤਾ। ਰੱਖਣ ਨੂੰ ਕੋਈ ਹੋਰ ਨਾਂ ਰੱਖ ਲੈਂਦੇ। ਬਿਲਕੁਲ। ਔਰ ਉਹਨਾਂ ਨੇ ਆਪਣੀ ਕਵਿਤਾਵਾਂ ਦੇ ਵਿੱਚ 10 ਮਈ ਦਿਨ ਨੂੰ ਭੁਲਾਇਆ ਕਦੋਂ, ਇਹ ਦੱਸੋ? 10 ਮਈ ਦਿਨ ਨੂੰ ਕਦੋਂ ਭੁਲਾਇਆ ਉਹਨਾਂ ਨੇ? ਆਪਣੀ ਕਵਿਤਾਵਾਂ 'ਚ ਬਾਰ-ਬਾਰ 10 ਮਈ ਦਾ ਜ਼ਿਕਰ ਆਉਂਦਾ। ਜੀ। ਸੋ ਮੇਰਾ ਖਿਆਲ ਜਿਹੜੇ ਲੋਕ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ, ਥੋੜਾ ਜਿਹਾ ਆਪਣੀ ਅਕਲ ਤੇ ਹੱਥ ਮਾਰ ਲੈਣ ਕਿ ਇਹੋ ਜਿਹੀਆਂ ਗੱਲਾਂ ਕਰਕੇ ਤੁਸੀਂ ਫਾਇਦਾ ਕਿਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਬਿਲਕੁਲ। ਇਹਦਾ ਨਿਰਣਾ ਪਹਿਲਾਂ ਕਰ ਲਓ। ਇਹ ਇਤਿਹਾਸਕ ਵਿਗਾੜ ਹੈ ਜਿਸ ਤਰ੍ਹਾਂ ਲਗਾਤਾਰ ਚੱਲਦਾ, ਉਸ ਦੇ ਵਿੱਚੋਂ ਜਿਹੜੇ ਹਵਾਲੇ ਇਤਿਹਾਸਕ ਦਸਤਾਵੇਜ਼ ਦੇ ਤੌਰ ਤੇ ਅੰਕਿਤ ਨੇ, ਉਸ ਦੇ ਵਿੱਚ ਖਿਲਵਾੜ ਬਹੁਤ ਕੁਝ ਹੋਇਆ। ਹੁਣ ਖਿਲਵਾੜ ਦੀ ਗੱਲ ਜਿਹੜੀ ਇੱਕ ਸਾਡੇ ਸਾਹਮਣੇ ਆ ਰਹੀ ਹੈ ਇਤਿਹਾਸ ਦੇ ਭਗਵੇਂ ਕਰਨ ਦੀ, ਬਿਲਕੁਲ ਇੱਕ ਦੇਖੋ ਕਮਾਲ ਦੀ ਗੱਲ ਹੈ। ਮੈਂ ਕਿ ਵੀ ਇਤਿਹਾਸ ਜਦੋਂ ਤੁਸੀਂ ਪੜ੍ਹੋ ਤੇ ਉਸ ਦੇ ਵਿੱਚ ਕਿਸ ਤਰੀਕੇ ਨਾਲ ਬਦਲ ਆਉਂਦੇ ਨੇ। ਇੱਕ ਵਿਅਕਤੀ ਜਿਸ ਦਾ ਨਾਂ ਸਵਰਕਰ ਹੈ, ਉਹ ਵਿਅਕਤੀ ਇਸ 1857 ਦੇ ਵਿਦਰੋਹ ਨੂੰ ਗਦਰ ਕਹਿੰਦਾ ਹੈ। ਗਦਰ ਕਰਕੇ ਉਹਦੀ ਜਿਹੜੀ ਅੱਜ ਵੀ ਉਸ ਦੇ ਜਿਹੜੇ ਪੈਰੋਕਾਰ ਨੇ ਉਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਉਹਨੇ ਨਾਂ ਦਿੱਤਾ। ਬਿਲਕੁਲ। ਉਹ ਵਿਅਕਤੀ ਪ੍ਰੇਰਨਾ ਸਰੋਤ ਵੀ ਬਣਦਾ ਕਿਤੇ ਮਦਨ ਲਾਲ ਢੀਂਗਰਾ ਦਾ, ਉਸ ਵੇਲੇ ਜਦੋਂ ਉਹ ਸਟਰਗਲ ਕਰ ਰਿਹਾ ਜਾਂ ਸ਼ਹਾਦਤ ਦਿੰਦਾ। ਉਹ ਵਿਅਕਤੀ ਜਦੋਂ ਤੱਕ ਇੱਕ ਸੰਸਥਾਗਤ ਰੂਪ ਦੇ ਵਿੱਚ ਢਾਂਚੇ ਨਾਲ ਨਹੀਂ ਜੁੜਦਾ, ਉਹੀ ਵਿਅਕਤੀ ਕੁਝ ਸਮੇਂ ਬਾਅਦ ਇੱਕ ਜਿਹੜੀ ਸੰਸਥਾ ਦੇ ਏਜੰਡੇ ਕੁਝ ਹੋਰ ਨੇ ਉਹਦੇ ਵਿੱਚ ਆ ਜਾਂਦਾ। ਉਹ ਸੰਸਥਾ RSS ਬਣਦੀ ਆ। ਉਹ ਵਿਅਕਤੀ ਜਿਹੜਾ ਕਿ ਪਹਿਲਾਂ ਕੁਝ ਹੋਰ ਸੋਚ ਰੱਖਦਾ, ਉਹਦੇ ਵਿੱਚ ਐਸੀ ਬਦਲ ਤਬਦੀਲੀ ਆਉਂਦੀ ਹੈ ਕਿ ਉਹੀ ਮੁਆਫੀਆਂ ਮੰਗਣ ਲੱਗ ਜਾਂਦਾ, ਉਹੀ ਸਰਕਾਰ ਪ੍ਰਸਤ ਹੋ ਜਾਂਦਾ, ਤੇ ਉਹੀ ਉਸ ਨੂੰ ਜਿਹੜੇ ਫਿਰਕੂਵਾਦੀ ਰੰਗਤ ਦੇ ਵਿੱਚ ਉਲਝਾ ਦਿੰਦਾ। ਗਦਰੀ ਉਸ ਵੇਲੇ ਤੱਕ, ਜਦੋਂ ਤੱਕ ਉਸ ਨੂੰ ਸਵਰਕਰ ਨੂੰ ਦੇਖਦੇ ਆ ਕਿ ਇਹ ਕਦੇ ਮਦਨ ਲਾਲ ਢੀਂਗਰਾ ਨਾਲ ਜੁੜਿਆ, ਕਦੇ 1857 ਦੇ ਵਿਦਰੋਹ ਦੀ ਗੱਲ ਕਰਦਾ, ਉਹ ਆਪਣੀਆਂ ਰਚਨਾਵਾਂ 'ਚ ਉਹਦਾ ਨਾਂ ਵੀ ਪਾਉਂਦੇ ਆ। ਪਰ ਗਦਰੀਆਂ ਨੂੰ ਇਹ ਨਹੀਂ ਸੀ ਪਤਾ ਕਿ ਜੇ ਠਹਿਰ ਜਾਓ, ਇਹ ਸਮਾਂ ਆਏਗਾ, ਇਹ ਵਿਅਕਤੀ ਅੰਗਰੇਜ਼ਾਂ ਤੋਂ ਮੁਆਫੀ ਵੀ ਮੰਗੇਗਾ, ਉਸ ਤੋਂ ਬਾਅਦ ਇਹ ਹੱਕ 'ਚ ਵੀ ਭੁਗਤੇਗਾ, ਤੇ ਉਸ ਤੋਂ ਬਾਅਦ ਇੱਕ ਵੰਡ ਨਵੀਂ ਕਾਇਮ ਕਰੇਗਾ, ਤਕਸੀਮ ਕਰੇਗਾ ਕਿ ਇਹ ਕੌਮ ਇਹ ਹੈ, ਇਹ ਕੌਮ ਇਹ ਹੈ। ਆਹ ਜਿਹੜਾ ਨਿਰੰਤਰ ਵਿਕਾਸ ਦੀ ਥਾਂ ਤੇ ਵਿਨਾਸ਼ ਹੋਇਆ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਵੇਖੋ, ਗੱਲ ਇਸ ਤਰ੍ਹਾਂ ਕਿ ਸਾਵਰਕਰ ਨੇ ਆਜ਼ਾਦੀ ਦੀ ਲੜਾਈ ਨੂੰ ਪਿੱਠ ਦਿੱਤੀ ਆ ਜੀ। ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਪਹਿਲਾਂ 1857 ਦੇ ਗਦਰ ਬਾਰੇ ਉਹਨੇ ਕਿਤਾਬ 'ਚ ਲਿਖਿਆ ਜੀ, ਉਸ 'ਤੇ ਪਾਬੰਦੀ ਵੀ ਲੱਗੀ ਵੈਸੇ ਜੀ, ਉਹ ਇੱਕ ਵਧੀਆ ਕੰਮ ਸੀਗਾ ਜੀ। ਪਰ ਉਹਦੇ ਵਿੱਚ ਤੇ ਬਾਅਦ 'ਚ ਜੋ ਸਾਵਰਕਰ ਦਾ ਸਰੂਪ ਹੈ, ਉਹ ਜ਼ਮੀਨ ਅਸਮਾਨ ਦਾ ਅੰਤਰ ਜੀ। ਪਹਿਲੇ ਗਦਰ ਬਾਰੇ ਜੋ ਕਿਤਾਬ ਲਿਖਦਾ ਹੈ, ਮੁਸਲਮਾਨਾਂ ਦੀ ਪ੍ਰਸ਼ੰਸਾ ਕਰਦਾ ਨਹੀਂ ਥੱਕਦਾ ਉਹ ਜੀ, ਕਿ ਮੁਸਲਮਾਨਾਂ ਨੇ ਬੜਾ ਕਮਾਲ ਦਾ ਰੋਲ ਅਦਾ ਕੀਤਾ। ਬਾਅਦ 'ਚ ਉਹਨਾਂ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਕਰਤਾ। ਬਿਲਕੁਲ। ਜਦੋਂ ਅੰਡੇਮਾਨ ਦੀ ਜੇਲ੍ਹ 'ਚ ਉਹਨੂੰ ਕੈਦ ਕੀਤਾ ਗਿਆ, ਸਾਡੇ ਗਦਰੀ ਬਾਬੇ ਵੀ ਉਸ ਜੇਲ੍ਹ 'ਚ ਰਹੇ ਨੇ, ਭਗਤ ਸਿੰਘ ਦੇ ਸਾਥੀ ਵੀ ਉਹਦੇ 'ਚ ਰਹਿ ਚੁੱਕੇ ਨੇ। ਉਹਨਾਂ ਨੇ ਸੰਤਾਪ ਹੰਢਾਇਆ, ਭੁੱਖ ਹੜਤਾਲਾਂ ਰੱਖ ਕੇ ਜਾਨਾਂ ਵੀ ਵਾਰੀਆਂ। ਇਸ ਵਿਅਕਤੀ ਨੂੰ ਐਡੀ ਕਿਹੜੀ ਪਰੇਸ਼ਾਨੀ ਸੀ ਜੇਲ੍ਹ ਦੇ ਵਿੱਚ ਕਿ ਇਹ ਬਾਕੀਆਂ ਵਾਂਗੂ ਨਹੀਂ ਸੀ ਖੜ ਸਕਿਆ। ਇਹ 'ਚ ਦ੍ਰਿੜਤਾ ਦੀ ਘਾਟ ਕਹਿ ਸਕਦੇ ਜਾਂ ਇਹ ਕਹਿ ਲਓ ਕਿ ਇਰਾਦੇ ਹੀ ਜਿਹੜੇ ਕੁਝ ਹੋਰ ਸੀਗੇ। ਬਿਲਕੁਲ। ਦੋ ਗੱਲਾਂ ਹੋ ਸਕਦੀਆਂ, ਤੀਜੀ ਗੱਲ ਨਹੀਂ ਹੋ ਸਕਦੀ। ਬਿਲਕੁਲ। ਪਰ ਮੈਂ ਮੰਨ ਕੇ ਚੱਲਦਾ ਕਿ ਕਿਧਰੇ ਨਾ ਕਿਧਰੇ ਬਰਤਾਨਵੀ ਹਕੂਮਤ ਨਾਲ ਉਸਦਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਹੋਈ ਕਿ ਮਾਫੀਨਾਮੇ ਲਿਖ ਕੇ ਦਿੱਤੇ। ਫਿਰ ਜਦੋਂ ਬਾਹਰ ਆਇਆ, ਉਹਨੇ ਕਿਹਾ ਮੈਂ ਕਿਸੇ ਪੋਲੀਟੀਕਲ ਐਕਟੀਵਿਟੀ 'ਚ ਸ਼ਾਮਿਲ ਨਹੀਂ ਹੋਊਗਾ। ਇਹਦਾ ਮਤਲਬ ਇਹ ਨਿਕਲਿਆ ਕਿ ਵੀ ਮੈਂ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਨਹੀਂ ਕੁਝ ਕਰੂੰਗਾ। ਬਿਲਕੁਲ। ਕਿਉਂਕਿ ਜਿਹੜੀਆਂ ਬਾਕੀ ਦੀ ਐਕਟੀਵਿਟੀ ਸੀਗੀਆਂ, ਹਿੰਦੂ ਮਹਾਸਭਾ ਦਾ ਗਠਨ ਹੋਣਾ ਜਾਂ ਹਿੰਦੂਤਵਾ ਦਾ ਪ੍ਰਚਾਰ ਕਰਨਾ,
ਉਹਦੇ 'ਚ ਕੋਈ ਰੋਕ ਟੋਕ ਨਹੀਂ ਸੀ, ਕਿਉਂਕਿ ਉਸ ਬਰਤਾਨਵੀ ਹਕੂਮਤ ਨੂੰ ਖਤਰਾ ਵੀ ਨਹੀਂ ਸੀਗਾ। ਜੀ ਜੀ ਸਗੋਂ ਬਰਤਾਨਵੀਆਂ ਦੇ ਹੱਕ 'ਚ ਲੋਕਾਂ ਨੂੰ ਲਿਆਉਣ ਲਈ ਲਾਮਬੰਦੀ ਕੀਤੀ ਗਈ, ਬਿਲਕੁਲ। ਔਰ ਉਸ ਵਿਅਕਤੀ ਨੇ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲੀ। ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਹੀ ਪਿੱਠ ਦੇ ਚੁੱਕਾ ਸੀ, ਬਾਅਦ 'ਚ ਗਾਂਧੀ ਦੇ ਕਤਲ ਵਿੱਚ ਵੀ ਉਸ ਦਾ ਹੱਥ ਸੀ। ਉਹ ਬਰੀ ਹੋ ਗਿਆ, ਵੱਖਰੀ ਗੱਲ, ਸਬੂਤਾਂ ਦੀ ਘਾਟ ਹੋਣ ਕਰਕੇ। ਪਰ ਬਕਾਇਦਾ ਜੀਵਨ ਲਾਲ ਕਪੂਰ ਦਾ ਕਮਿਸ਼ਨ ਬੈਠਿਆ, ਉਸਨੇ ਨਿਸ਼ਾਨਦੇਹੀ ਕੀਤੀ ਕਿ ਇਹ ਸ਼ਖਸ ਇਸ ਕਤਲ ਦੇ ਵਿੱਚ ਇਨਵੋਲਵ ਸੀ ਜੀ। ਸੋ ਅੱਜ ਉਹਨੂੰ ਸਿਰ ਤੇ ਚੁੱਕਿਆ ਜਾ ਰਿਹਾ, ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪਹਿਲੀ ਗੱਲ ਤਾਂ ਉਸਦੇ ਨਾਲ ਇੱਕ ਵਿਸ਼ੇਸ਼ਣ ਲਾਇਆ ਗਿਆ ਵੀਰ ਸਾਵਰਕਰ। ਵੀਰਤਾ ਉਹਦੀ ਇਹ ਸੀ ਕਿ ਜੇਲ੍ਹ 'ਚ ਰਿਹਾ ਤੇ ਬਾਕੀਆਂ ਵਾਂਗੂ ਦ੍ਰਿੜਤਾ ਨਾਲ ਸਜ਼ਾਵਾਂ ਦਾ ਸਾਹਮਣਾ ਨਹੀਂ ਕਰ ਸਕਿਆ, ਮਾਫੀਨਾਮਾ ਲਿਖ ਕੇ ਦਿੱਤਾ, ਫਿਰ ਕਾਹਦਾ ਵੀਰ ਹੋਇਆ। ਔਰ ਫਿਰ ਦੇਖੋ ਕਿ ਈਵਨ ਗਾਂਧੀ ਕਤਲ ਕੇਸ ਵਿੱਚ ਵੀ ਪਿੱਛੋਂ ਬਹਿ ਕੇ ਸਾਰਾ ਕੁਝ ਕਰਵਾ ਲਿਆ। ਜਦੋਂ ਮੌਕਾ ਆਇਆ, ਨਥੂਰਾਮ ਗੋਡਸੇ ਬਾਕੀ ਫਾਂਸੀ ਲੱਗਣ ਲਈ ਤਿਆਰ ਸੀਗੇ, ਇਹਦਾ ਚੋਰਾਂ ਵਾਂਗੂ ਉੱਥੇ ਪਾਸੇ ਹੋ ਗਿਆ। ਸੋ ਵੀਰਤਾ ਵਾਲੀ ਦੀ ਗੱਲ ਕੋਈ ਹੈ ਨਹੀਂ, ਉਲਟਾ ਆਜ਼ਾਦੀ ਦੀ ਲੜਾਈ ਨੂੰ ਪਿੱਠ ਵੀ ਦਿੱਤੀ ਆ। ਜਿਹੜੇ ਅਸਲ ਨਾਇਕ ਸੀ ਉਹਨਾਂ ਦੇ ਵਿਸ਼ਵਾਸ ਤੋੜੇ ਆ, ਉਹਨਾਂ ਦੀ ਪਿੱਠ ਤੇ ਛੁਰਾ ਮਾਰਿਆ ਜੀ। ਸੋ ਉਸਨੇ ਆਪਣਾ ਰਸਤਾ ਜਦੋਂ ਚੁਣ ਹੀ ਲਿਆ, ਵੱਖਰਾ ਕਰ ਲਿਆ, ਉਸ ਤੋਂ ਬਾਅਦ ਤਾਂ ਉਹਨੂੰ ਆਜ਼ਾਦੀ ਲੜਾਈ ਨਾਲ ਜੋੜਨਾ ਮੈਂ ਸਮਝਦਾ ਸ਼ਰੇਆਮ ਬੇਇਨਸਾਫੀ ਜੀ। ਜਿਹੜੀ ਖਾਸ ਕਰਕੇ 1857 ਦੇ ਕਿਤਾਬ 'ਚ ਦੀ ਤੁਸੀਂ ਗੱਲ ਕੀਤੀ ਹੈ, ਉਹ ਗੱਲ ਇਤਿਹਾਸਕ ਸੱਚ ਹੈ। ਮੈਨੂੰ ਲੱਗਦਾ ਕਿ ਜਦੋਂ ਗਦਰੀ ਬਾਬਿਆਂ ਨੇ ਗਦਰ ਅਖਬਾਰ ਦੇ ਵਿੱਚ ਕਵਿਤਾਵਾਂ ਲਿਖੀਆਂ, ਜਿੱਥੇ ਸਾਡੇ ਇਹ ਜਿਹੜੇ ਸਵਰਕਰ ਪੱਖੀ ਇਸ ਨੂੰ ਯੂਨੀਵਰਸਿਟੀਆਂ 'ਚ ਬੈਠੇ, ਜਿਨ੍ਹਾਂ 'ਚ ਵੱਡੇ ਵੱਡੇ ਨਾਮ ਨੇ, ਪੁਰੀ ਸਾਹਿਬ ਵਰਗੇ ਬੈਠੇ ਨੇ, ਹੋਰ ਐਡੀਆਂ ਐਡੀਆਂ ਰਿਸਰਚ ਦੀਆਂ ਬੁੱਕਸ ਲਿਖੀਆਂ, ਸਵਰਕਰ ਨੂੰ ਉਹਨੂੰ ਪੇਸ਼ ਕਰ ਰਹੇ ਨੇ, ਗਦਰੀ ਬਾਬਿਆਂ ਦੀਆਂ ਕੋਟੇਸ਼ਨਾਂ ਚੱਕਦੇ ਨੇ। ਉਸ ਵੇਲੇ ਜਦੋਂ ਉਹ 57 ਦੇ ਵਿਦਰੋਹ ਨੂੰ ਇੱਕ ਨਾਇਕ ਦੇ ਤੌਰ ਤੇ ਪੇਸ਼ ਕਰਦਾ, ਉਹ ਸੁਭਾਵਿਕ ਹੀ ਹੈ ਕਿ ਗਦਰੀਆਂ ਨੇ ਵੀ ਉਸ ਨੂੰ ਸਨਮਾਨ ਦੇਣਾ ਸੀ। ਪਰ ਜਦੋਂ ਉਸ ਦੀ ਇਹ ਗਿਰਾਵਟ ਨਹੀਂ ਬਲਕਿ ਸਾਜ਼ਿਸ਼ ਸਾਹਮਣੇ ਆਈ ਕਿ ਉਸਨੇ ਆਪਣੇ ਏਜੰਡੇ ਨੂੰ ਕਲੀਅਰ ਕਰਤਾ ਕਿ ਅਸੀਂ ਕੀ ਚਾਹੁੰਦੇ ਹਾਂ, ਅਸੀਂ ਲੋਕ ਕੀ ਚਾਹੁੰਦੇ ਹਾਂ, ਤੁਸੀਂ ਇੱਕ ਦਿਨ ਜਾਣਾ ਪਰ ਸਾਨੂੰ ਰਾਜ ਪਾਠ ਦੇ ਕੇ ਜਾਇਓ, ਜੇ ਬਾਕੀ ਆ ਉਹਨਾਂ ਨੂੰ ਜਿੱਥੇ ਮਰਜ਼ੀ ਅਲੱਗ ਕਰੋ, ਅਲੱਗ ਥਲੱਗ ਕਰੋ। ਹੁਣ ਜਦੋਂ ਉਸ ਚੀਜ਼ ਨੂੰ ਲੈ ਕੇ ਯੂਨੀਵਰਸਿਟੀਆਂ ਦੇ ਵਿਦਵਾਨ ਵਾਚਦੇ ਨਹੀਂ, ਵਿਚਾਰਦੇ ਨਹੀਂ, ਤੇ ਉਸ ਸਵਰਕਰ ਦਾ ਇਤਿਹਾਸ ਲਿਖਦੇ ਆ, ਤਾਂ ਇਹ ਕਿਉਂ ਨਹੀਂ ਲਿਖਦੇ ਜਿਹੜੀ ਗੱਲ ਅੱਜ ਦੇਸ਼ ਦੀ ਵੰਡ ਦੀ ਗੱਲ ਹੈ ਕਿ 57 ਤੋਂ ਬਾਅਦ 1947 ਆਉਂਦਾ ਹੈ। 47 ਦੇ ਵਿੱਚ ਦੋ ਹੀ ਮੁੱਖ ਗਰੁੱਪ ਸੀ, ਮੁਸਲਿਮ ਲੀਗ ਦੀ ਮੰਗ ਸੀ ਵੱਖਰੇ ਜਿਹੜਾ ਆਪਣੇ ਮੁਸਲਿਮ ਦੇਸ਼ ਦੀ, ਤੇ ਇਹਨਾਂ ਦੀ ਮੰਗ ਸੀ ਇੱਕ ਹਿੰਦੂ ਰਾਸ਼ਟਰ ਦੀ। ਉਹਨਾਂ ਨੂੰ ਉਹਨਾਂ ਦੀ ਮੰਗ ਦੇ ਮੁਤਾਬਕ ਆਪਣਾ ਰਾਜ ਪਾਠ ਵੀ ਮਿਲਿਆ ਤੇ ਉਹਨਾਂ ਨੂੰ ਕ੍ਰੈਡਿਟ ਵੀ ਮਿਲਿਆ। ਸਮੱਸਿਆ ਇਹ ਆ ਗਈ ਕਿ ਇਹ ਜਿਹੜੇ ਹਿੰਦੂ ਰਾਸ਼ਟਰ ਦਾ ਕ੍ਰੈਡਿਟ ਲੈਣ ਦੀ ਗੱਲ ਸੀ RSS ਦੀ, ਇਹ ਕ੍ਰੈਡਿਟ ਇਹਨੂੰ ਮਿਲਣ ਦੀ ਥਾਂ ਤੇ ਜਿਹੜਾ ਕਾਂਗਰਸ ਦਾ ਮਿਲਵਰਤਨੀਆ ਗਰੁੱਪ ਸੀ ਉਹਦੇ ਨਾਂ ਤੇ ਜਾ ਵੱਜਿਆ। ਤੇ ਸ਼ਾਇਦ ਇਹ ਇੱਕ ਬਹੁਤ ਵੱਡਾ ਕਾਰਨ ਹੈ ਇਸ ਫਰਸਟ੍ਰੇਸ਼ਨ ਦਾ ਜਿਹੜੀ ਅੱਜ ਨਜ਼ਰ ਆ ਰਹੀ ਹੈ। ਦੇਖੋ ਗੁਰਦੇਵ ਸਿੰਘ ਜੀ, ਇਸ 'ਚ ਦੋ ਤਿੰਨ ਗੱਲਾਂ ਵਿਚਾਰਨ ਵਾਲੀਆਂ ਜੀ। ਇੱਕ ਤਾਂ ਨਾ ਪਹਿਲਾਂ ਸਾਨੂੰ ਇਤਿਹਾਸ 'ਚ ਨਾਲ ਇਨਸਾਫ ਕਰਨਾ ਪਊਗਾ ਕਿ ਜਿਨ੍ਹਾਂ ਦੇ ਸਿਰ ਇਸ ਗੱਲ ਦਾ ਭਾਂਡਾ ਭੰਨਿਆ ਜਾਂਦਾ ਜੀ ਕਿ ਉਹਨੇ ਇੱਕ ਵੱਖਰੇ ਮੁਸਲਿਮ ਰਾਜ ਦੀ ਮੰਗ ਕੀਤੀ ਆ, ਜੀ, ਉਹਨੇ ਵੱਖਰੇ ਪਾਕਿਸਤਾਨ ਦੀ ਗੱਲ ਕੀਤੀ। ਪਰ ਲੋਕੀ ਇਹ ਕਿਉਂ ਟਪਲਾ ਖਾ ਜਾਂਦੇ ਕਿ ਪਾਕਿਸਤਾਨ ਦੀ ਮੰਗ ਤਾਂ ਮਗਰੋਂ ਹੋਈ ਆ ਜੀ। ਉਸ ਤੋਂ ਕੁਝ ਸਾਲ ਪਹਿਲਾਂ ਸਾਵਰਕਰ ਹੋਣਾ ਨੇ ਇਹ ਕਵਾਇਦ ਚਲਾਈ ਸੀ ਕਿ ਹਿੰਦੂ ਤੇ ਮੁਸਲਮਾਨ ਇਹ ਵੱਖਰੀਆਂ ਵੱਖਰੀਆਂ ਕੌਮਾਂ ਨੇ ਇਕੱਠੀਆਂ ਰਹਿ ਨਹੀਂ ਸਕਦੀਆਂ। ਬਿਲਕੁਲ, ਟੂ ਨੇਸ਼ਨ ਥਿਊਰੀ ਜਿਹਨੂੰ ਕਹਿੰਦੇ ਉਹ ਇਹਨਾਂ ਨੇ ਦਿੱਤੀ ਆ। ਇਹਨਾਂ ਤੋਂ ਸਿਰਫ ਭਾਂਡਾ ਕਿਉਂ ਨਹੀਂ ਪੰਨਿਆ ਜਾਂਦਾ? ਜਿਨ੍ਹਾਂ ਨੂੰ ਮਗਰ ਆਪਾਂ ਸਾਰੇ ਡਾਂਗਾ ਚੁੱਕ ਕੇ ਤੁਰ ਪੈਂਦੇ ਕਿ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ, ਜਿਨ੍ਹਾਂ ਨੇ ਪਾਕਿਸਤਾਨ ਦੀ ਮੰਗ ਕੀਤੀ, ਪਰ ਪਾਕਿਸਤਾਨ ਤੋਂ ਪਹਿਲਾਂ ਉਹ ਜ਼ਮੀਨ ਤਿਆਰ ਕਿਹਨੇ ਕੀਤੀ? ਮਾਹੌਲ ਕਿਹਨੇ ਖੜਾ ਕੀਤਾ? ਮੁਸਲਮਾਨਾਂ ਨੂੰ ਧੱਕੇ ਮਾਰ ਕੇ ਪਾਸੇ ਕਰਨ ਦਾ ਜਿਹੜਾ ਮਾਹੌਲ ਕਿਹਨੇ ਖੜਾ ਕੀਤਾ? ਦੇਖੋ ਗੱਲ ਇਸ ਤਰ੍ਹਾਂ ਕਿ ਆਜ਼ਾਦੀ ਦੀ ਲੜਾਈ ਵਿੱਚ ਵੀ ਇੱਕ ਬਹੁਤ ਵੱਡਾ ਨੁਕਸ ਹੈ ਜਿਸ ਦੀ ਸਾਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਇਮਾਨਦਾਰੀ ਦੇ ਨਾਲ। ਜਿਹੜੇ ਸਾਵਰਕਰ ਜਾਂ ਨਥੂਰਾਮ ਗੋਡਸੇ ਬੇਸਿਕਲੀ ਮਹਾਰਾਸ਼ਟਰ ਦੇ ਬ੍ਰਾਹਮਣ ਨੇ ਜੀ, ਇਹਨਾਂ ਵਿੱਚ ਉਹ ਬ੍ਰਾਹਮਣਵਾਦੀ ਰੁਚੀਆਂ ਨੇ ਜਿਸ ਦੇ ਅਨੁਸਾਰ ਇਹ ਸਮਝਦੇ ਨੇ ਕਿ ਸਾਡੀ ਸ਼੍ਰੇਣੀ ਸਭ ਤੋਂ ਉੱਚੀ ਹੈ। ਹਾਂਜੀ, ਮੈਂ ਬ੍ਰਾਹਮਣਵਾਦ ਦੀ ਗੱਲ ਕਰ ਰਿਹਾ, ਮੈਂ ਬ੍ਰਾਹਮਣਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਸਪਸ਼ਟ ਕਰ ਦਵਾਂ ਜੀ। ਸਾਰੇ ਬ੍ਰਾਹਮਣਾਂ ਨੂੰ ਮੈਂ ਇੱਕੋ ਰਸੇ ਨਹੀਂ ਬੰਨੂਗਾ ਕਦੇ ਵੀ। ਜੀ, ਸਾਡੇ ਕੋਲ ਹੋਰ ਮਿਸਾਲਾਂ ਵੀ ਨੇ। ਸਾਡੇ ਕੋਲ ਹੇਮੰਤ ਕਰਕਰੇ ਦੀ ਮਿਸਾਲ, ਉਹ ਵੀ ਉਸ ਭਾਈਚਾਰੇ 'ਚ ਆਇਆ ਪਰ ਉਹਨੇ ਹਿੰਦੂਤਵਾਦ ਦੀ ਦਹਿਸ਼ਤਗਰਦੀ ਦੇ ਖਿਲਾਫ ਨਿੱਠ ਕੇ ਕੰਮ ਕੀਤਾ। ਬਿਲਕੁਲ ਜੀ। ਇਸ ਤਰ੍ਹਾਂ ਮਿਸਾਲਾਂ ਚੰਗੀਆਂ ਵੀ ਨੇ ਸਾਡੇ ਕੋਲ, ਪਰ ਇਹਨਾਂ ਦੇ ਮਨ 'ਚ ਕਿਤੇ ਸੋਚ ਸੀ ਕਿ ਜਿਹੜਾ ਬ੍ਰਾਹਮਣਵਾਦ ਹੈ ਉਹ ਸਾਡੇ ਲਈ ਇੱਕ ਰਾਖਵਾਂਕਰਨ ਹੈ ਔਰ ਸਾਡਾ ਹੀ ਰਾਜ ਚਾਹੀਦਾ। ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਇਹਨਾਂ ਨੂੰ ਲੱਗਣ ਲੱਗ ਪਿਆ ਸੀ ਕਿ ਜੇ ਗੋਰੇ ਚਲੇ ਗਏ ਤੇ ਕਿਧਰੇ ਇਹ ਨਾ ਹੋਵੇ ਕਿ ਸਾਨੂੰ ਮੁਸਲਮਾਨਾਂ ਨਾਲ ਜਿਹੜੀ ਹੈ ਸੱਤਾ ਸਾਂਝੀ ਕਰਨੀ ਪਵੇ ਜੀ, ਸਾਡਾ ਹੱਥ ਉੱਪਰ ਚਾਹੀਦਾ। ਸੋ ਉਸ ਵੇਲੇ ਕੁਝ ਇਸ ਤਰ੍ਹਾਂ ਦੀਆਂ ਸੁਧਾਰਵਾਦੀ ਲਹਿਰਾਂ ਵੀ ਚੱਲ ਰਹੀਆਂ ਸੀਗੀਆਂ ਅੰਗਰੇਜ਼ਾਂ ਦੇ ਹੁੰਦਿਆਂ। ਜੋਤੀਬਾ ਫੂਲੇ ਦੀ ਲਹਿਰ ਲੈ ਲਓ, ਪੰਜਾਬ 'ਚ ਕੁਝ ਲਹਿਰਾਂ ਸੀਗੀਆਂ, ਕੋਈ ਇੱਧਰ ਸੀਗੀਆਂ, ਉੱਧਰ ਸੀਗੀਆਂ। ਉਹ ਲਹਿਰਾਂ ਦੇ ਵਿੱਚੋਂ ਬ੍ਰਾਹਮਣਵਾਦ ਨੂੰ ਆਪਣੀ ਸਦੀਵੀ ਹੋਣ ਦੇ ਉੱਤੇ ਖਤਰਾ ਨਜ਼ਰ ਆ ਰਿਹਾ ਸੀ। ਬਿਲਕੁਲ। ਸੋ ਉਹਨਾਂ ਨੇ ਆਜ਼ਾਦੀ ਲੜਾਈ ਨੂੰ ਵੀ ਪਹਿਲਾਂ ਹੀ ਭਗਵਾ ਰੰਗ ਚਾੜਨ ਦੀ ਕੋਸ਼ਿਸ਼ਾਂ ਸ਼ੁਰੂ ਕਰਤੀਆਂ ਸੀ, ਕੋਈ ਚਾਹੇ ਮੰਨੇ ਚਾਹੇ ਨਾ ਮੰਨੇ। ਕਿਉਂਕਿ ਜਿਹੜਾ ਗਰਮ ਦਲ ਜਿਹਨੂੰ ਕਹਿੰਦੇ ਕਾਂਗਰਸ ਪਾਰਟੀ ਦਾ, ਉਹ ਗਰਮ ਦਲ ਕਿਹੜਾ ਸੀਗਾ? ਆਹੀ ਲੋਕ ਸੀਗੇ ਜਿਹੜੇ ਭਗਵਾ ਕਰਨ ਚਾਹੁੰਦੇ ਸੀਗੇ।
ਜਦੋਂ ਕਾਂਗਰਸ 'ਚ ਨਹੀਂ ਉਹਨਾਂ ਦੀ ਦਾਲ ਗਲੀ ਜਾਂ ਖੇਮਾ ਕਮਜ਼ੋਰ ਹੋਇਆ, ਉਹਨਾਂ ਨੇ ਪਾਸਾ ਵੱਟ ਕੇ ਆਪਣਾ ਹਿੰਦੂ ਮਹਾਸਭਾ ਖੜੀ ਕਰ ਲਈ, ਮਗਰੋਂ ਆਰਐਸਐਸ ਨਿਕਲ ਆਈ। ਬਿਲਕੁਲ। ਪਰ ਉਹ ਰੁਚੀਆਂ ਪਹਿਲਾਂ ਕਾਂਗਰਸ ਵਿੱਚ ਵੀ ਸੀਗੀਆਂ ਉਸ ਹਿੱਸੇ ਦੇ ਵਿੱਚ, ਜਿਹੜੇ ਚਾਹੁੰਦੇ ਸੀ ਕਿ ਬ੍ਰਾਹਮਣਵਾਦ ਦਾ ਹੱਥ ਉੱਪਰ ਰਵੇ ਔਰ ਭਾਰਤ ਸਾਰਾ ਭਗਵੇ ਰੰਗ 'ਚ ਰੰਗਿਆ ਜਾਵੇ। ਬਿਲਕੁਲ। ਉਹਨਾਂ ਨੇ ਹੀ ਆਜ਼ਾਦੀ ਦੀ ਲਹਿਰ ਵਿੱਚ ਇਹੋ ਜਿਹੇ ਜਿਹੜੇ ਆਈਕਨ ਜਾਂ ਸਿੰਬਲ ਜਾਂ ਬਿੰਬ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਬੰਦੇ ਮਾਤਰਮ, ਭਾਰਤ ਮਾਤਾ ਕੀ ਜੈ ਵਗੈਰਾ ਵਗੈਰਾ। ਉਹਨਾਂ ਗੱਲਾਂ ਨੇ ਇੱਕ ਖਾਸ ਕਿਸਮ ਦਾ ਇੱਕ ਜਿਹੜਾ ਮਾਈਂਡ ਸੈਟ ਤਿਆਰ ਕੀਤਾ ਹੋਇਆ ਸੀ, ਜਿਹੜਾ ਬਾਅਦ 'ਚ ਹਿੰਦੂ ਮਹਾਸਭਾ ਜਾਂ ਆਰਐਸਐਸ ਦੇ ਹੋਂਦ ਵਿੱਚ ਹੋ ਨਿਬੜਿਆ। ਇਸ ਹਕੀਕਤ ਸਾਨੂੰ ਸੂਈ ਰੱਖਣੀ ਪਏਗੀ, ਕਿਉਂਕਿ ਜਦੋਂ ਅਸੀਂ ਇਹ ਗੱਲਾਂ ਨੂੰ ਨਹੀਂ ਪਛਾਣਾਂਗੇ ਫਿਰ ਅਸੀਂ ਸਾਰਾ ਬਲੇਮ ਆਰਐਸਐਸ ਤੇ ਸੁੱਟ ਦਈਏ, ਉਹ ਵੀ ਗੱਲ ਠੀਕ ਨਹੀਂ। ਜੀ ਜੀ, ਇਸ 'ਚ ਕੋਈ ਸ਼ੱਕ ਹੀ ਨਹੀਂ ਕਿ ਆਰਐਸਐਸ ਦਾ ਪ੍ਰੋਗਰਾਮ ਮਿੱਥਿਆ ਹੋਇਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਬਿਲਕੁਲ। ਔਰ ਉਹ ਕੰਮ ਕਰ ਰਹੇ ਉੱਥੇ। ਪਰ ਜਿਹੜਾ ਜਿੱਥੋਂ ਗੱਲ ਸ਼ੁਰੂ ਹੋਈ ਹੈ, ਆਜ਼ਾਦੀ ਦੀ ਲੜਾਈ ਵੇਲੇ ਹੀ ਇਸ ਕਿਸਮ ਦਾ ਵਿਗਾੜ ਪੈਣਾ ਸ਼ੁਰੂ ਹੋ ਚੁੱਕਿਆ ਸੀਗਾ। ਇਹਦੀ ਨਿਸ਼ਾਨਦੇਹੀ ਕਰਨਾ ਜ਼ਰੂਰੀ ਹੈ। ਅਗਲੀ ਗੱਲ, ਜਿਹੜਾ ਸਾਵਰਕਰ ਦਾ ਉਹ ਰੋਲ ਸੀ 1857 ਦੇ ਗਦਰ ਬਾਰੇ ਲਿਖਣਾ, ਜੀ ਉਹ ਠੀਕ ਹੈ, ਸ਼ਲਾਘਾਯੋਗ ਸੀ। ਗਦਰੀਆਂ ਦੀ ਮਨਸ਼ਾ ਕਦੇ ਵੀ ਕੋਈ ਮਾੜੀ ਨਹੀਂ ਸੀ। ਉਹਨਾਂ ਨੇ ਚੰਗੀ ਮਨਸ਼ਾ ਦੇ ਨਾਲ ਹੀ ਉਸ ਚੀਜ਼ ਨੂੰ ਐਕਸੈਪਟ ਕੀਤਾ, ਸਵੀਕਾਰਿਆ। ਬਿਲਕੁਲ। ਜਿਵੇਂ ਹੁਣ ਮਿਸਾਲ ਦੇ ਤੌਰ ਤੇ ਮਧੂਕੇਸ਼ਵਰ ਹੈ, ਜੀ, ਜਿਹੜੀ ਮਾਨੂਸ਼ੀ ਪਰਚਾ ਕੱਢਦੀ ਹੈ, ਜਾਂ ਪਤਾ ਨਹੀਂ ਹੁਣ ਪਰਚਾ ਨਿਕਲਦਾ ਕਿ ਨਹੀਂ ਨਿਕਲਦਾ। 1984 ਵਿੱਚ ਕਤਲੇਆਮ ਹੋਇਆ ਸਿੱਖਾਂ ਦਾ, ਜੋ ਸਿੱਖ ਔਰਤਾਂ ਨਾਲ ਬੇਪਤੀਆਂ ਹੋਈਆਂ, ਜੀ ਬਹੁਤ ਘੱਟ ਲੋਕ ਸੀ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਡਾਕੂਮੈਂਟ ਕੀਤਾ। ਜੀ, ਵਾਹਦ ਇੱਕ ਔਰਤ ਸੀਗੀ ਮਧੂਕੇਸ਼ਵਰ ਜਿਹਨੇ ਡਾਕੂਮੈਂਟ ਕੀਤਾ, ਔਰ ਬਾ ਕਮਾਲ ਕੰਮ ਹੈ ਵਾਲਾ। ਅੱਜ ਵੀ ਜੇ ਤੁਸੀਂ 84 ਦੇ ਵਿੱਚ ਔਰਤਾਂ ਨਾਲ ਜੋ ਹੋਇਆ ਉਹਨੂੰ ਸਮਝਣਾ ਹੋਵੇ ਤਾਂ ਉਹ ਡਾਕੂਮੈਂਟ ਸਾਡੇ ਕੋਲ ਉਪਲਬਧ ਹੈ, ਔਰ ਉਹਦੇ 'ਚ ਕੰਮ ਇਮਾਨਦਾਰੀ ਨਾਲ ਉਸੇ ਕੀਤਾ। ਜੀ ਜੀ। ਪਰ ਅੱਜ ਉਹਦਾ ਰੋਲ ਕੀ ਹੈ? ਸਿੱਧੇ ਤੌਰ ਤੇ ਸੰਗੀਆਂ ਦੇ ਹੱਕ 'ਚ ਭੁਗਤ ਰਹੀ ਹੈ। ਆਸਿਫਾ ਦੇ ਬਲਾਤਕਾਰੀਆਂ ਦੇ ਨਾਲ ਖੜੀ ਹੋਈ, ਮਤਲਬ ਉਸ ਖੇਮੇ ਦੇ ਨਾਲ। ਸੋ ਅਸੀਂ ਸਿਰਫ ਕਿਉਂਕਿ ਉਹਨੇ ਉਦੋਂ ਚੰਗਾ ਕੰਮ ਕੀਤਾ ਸੀਗਾ, ਹੁਣ ਉਹਦੇ ਕੁਕਰਮ ਜਿਹੜੇ ਆ ਢੱਕ ਦਈਏ, ਇਹ ਗੱਲ ਠੀਕ ਨਹੀਂ ਜੀ। ਉਹ ਜਿਹੜਾ ਕੰਮ ਸੀਗਾ ਉਹਦੀ ਆਪਣੀ ਵਾਜਬੀਅਤ ਹੈ, ਉਸ ਦੀ ਗੱਲ ਹੋਏਗੀ। ਪਰ ਉਹਦਾ ਮਤਲਬ ਇਹ ਨਹੀਂ ਨਾ ਕਿ ਉਹਨੂੰ ਅਸੀਂ ਕੋਈ ਬਲੈਂਕ ਚੈੱਕ ਲਿਖ ਕੇ ਦਿੱਤਾ ਕਿ ਠੀਕ ਹੈ ਤੂੰ ਹੁਣ ਜੋ ਮਰਜ਼ੀ ਕਰ। ਇਹੀ ਗੱਲ ਸਾਵਰਕਰ ਦੇ ਕੇਸ 'ਚ ਵੀ ਹੋਈ ਹੈ। ਗਦਰੀਆਂ ਦਾ ਕਸੂਰ ਕੋਈ ਨਹੀਂ ਸੀਗਾ, ਭਾਵਨਾਵਾਂ ਚੰਗੀਆਂ ਸੀਗੀਆਂ। ਕੇਸਰ ਸਿੰਘ ਜੀ ਨੇ ਆਪਣੇ ਜਿਹੜਾ ਨਾਵਲ ਹੈ ਢੀਂਗਰੇ ਦਾ, ਉਸ ਵਿੱਚ ਵੀ ਸਾਵਰਕਰ ਨੂੰ ਜਿਵੇਂ ਚਿਤਰਿਆ ਕਿ ਕਿਵੇਂ ਉਸਨੇ ਪ੍ਰੇਰਨਾ ਸਰੋਤ ਸੀ ਉਹਦਾ, ਹੈ ਨਾ। ਪਰ ਉਹ ਗੱਲਾਂ ਹਕੀਕਤਾਂ ਨੇ ਜੀ। ਪਰ ਮਗਰੋਂ ਜੋ ਉਹਨੇ ਕੀਤਾ, ਜੇ ਅਸੀਂ ਇਹ ਭਾਗ ਸਿੰਘ ਨੂੰ ਇਸ ਗੱਲ ਲਈ ਮਾਫ ਕਰਦੇ ਹਾਂ, ਕਿਸੇ ਵੇਲੇ ਉਹਨਾਂ ਨੇ ਬਰਤਾਨਵੀਆਂ ਲਈ ਕੰਮ ਕੀਤਾ ਸੀਗਾ, ਮਗਰੋਂ ਉਹ ਗਦਰੀ ਬਣ ਗਏ। ਤੇ ਫਿਰ ਇਸੇ ਤਰ੍ਹਾਂ ਸਾਵਰਕਰ ਦੇ ਉੱਤੇ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਉਹਨੇ ਵਧੀਆ ਕੰਮ ਉਦੋਂ ਕੀਤਾ ਸੀ ਤੇ ਉਸਦਾ ਕੋਈ ਲਾਇਸੈਂਸ ਨਹੀਂ ਮਿਲੇਗਾ ਕਿ ਬਾਅਦ ਜੋ ਮਰਜ਼ੀ ਉਹ ਕਰੀ ਜਾਵੇ। ਇਸ ਦੇ ਉੱਤੇ ਸਾਨੂੰ ਗੱਲ ਨਿਸ਼ਠਾ ਨਾਲ ਕਰਨੀ ਪਏਗੀ। ਇੱਕ ਬੜੀ ਇਹ ਵੀ ਇੱਕ ਮਹੱਤਵਪੂਰਨ ਗੱਲ ਹੈ ਗੁਰਪ੍ਰੀਤ ਸਿੰਘ ਜੀ, ਕਿ ਵਿਕਾਸ ਮਨੁੱਖੀ ਜ਼ਿੰਦਗੀ ਦਾ ਜਿਹੜਾ ਅਗਾਂਹ ਤੋਂ ਅਗਾਂਹ ਪੜਾਅ ਦਾ ਹੁੰਦਾ। ਪਿੱਛੇ ਜੇ ਗਲਤ ਕੀਤਾ, ਅੱਗਿਓਂ ਜੇ ਚੰਗਾ ਕਰਤਾ ਤਾਂ ਉਹਨੂੰ ਕਹਿੰਦੇ ਵਿਕਾਸ। ਜੇ ਪਹਿਲਾਂ ਚੰਗਾ ਕਰਕੇ ਬਾਅਦ ਦੇ ਵਿੱਚ ਸੁਆਹ ਪਾਤੀ, ਉਹਨੂੰ ਕਹਿੰਦੇ ਵਿਨਾਸ਼। ਜਦੋਂ ਮੁਲਾਂਕਣ ਤਾਂ ਅੰਤਮ ਜਿਹੜਾ ਪਲਾਂ ਤੱਕ ਹੋਣਾ, ਉਸ ਵੇਲੇ ਤੱਕ ਕਹਿੰਦੇ ਕਿ ਉਸ ਵੇਲੇ ਪਾਪਾਂ ਦੀ ਕੰਬਲੀ ਭਰੀ ਆ ਜਾਂ ਉਸ ਵੇਲੇ ਕੋਈ ਚੰਗਾ ਕੰਮ ਕੀਤਾ। ਹੁਣ ਆਖਰੀ ਦੌਰ ਦੇ ਵਿੱਚ ਜਿਹੜਾ ਬੰਦਾ ਗਿਰਾਵਟ ਵੱਲ ਨੂੰ ਗਿਆ, ਇਹਦਾ ਮਤਲਬ ਉਹ ਪਹਿਲੇ ਕੀਤੇ ਕੰਮਾਂ ਤੇ ਵੀ ਉਹਨੇ ਸੁਆਹ ਮਲਤੀ। ਜਦੋਂ ਹੁਣ ਇਹਨਾਂ ਸਾਰੇ ਪੱਖਾਂ ਨੂੰ ਅਸੀਂ ਵਿਚਾਰਦੇ ਹਾਂ, 1857 ਦੇ ਵਿਦਰੋਹ ਦੀ, ਗਦਰ ਦੀ ਗੱਲ ਕਰਕੇ, ਫਿਰ 47 ਦੀ ਵੰਡ ਦੀ ਗੱਲ ਕਰਦੇ ਹਾਂ, ਉੱਥੇ ਜਿਹੜੀ ਗਦਰ ਮੂਵਮੈਂਟ ਦੇ ਵਿੱਚ, ਜਿਵੇਂ ਅਸੀਂ ਕਿਹਾ ਬਹੁ ਗਿਣਤੀ ਪੰਜਾਬੀਆਂ ਦੀ, ਉਹਨਾਂ 'ਚ ਵੀ ਬਹੁ ਗਿਣਤੀ ਸਿੱਖਾਂ ਦੀ, ਵਿਦੇਸ਼ਾਂ ਦੇ ਵਿੱਚ, ਪੰਜਾਬ ਦੇ ਵਿੱਚ ਵੀ ਈਵਨ ਬੱਬਰ ਅਕਾਲੀ ਲਹਿਰ ਚੱਲੀ, ਜਿਨ੍ਹਾਂ ਨੇ ਸ਼ਰੇਆਮ ਖੁੱਲ੍ਹ ਕੇ ਜਿਹੜਾ ਹੈ ਟੋਡੀਆਂ ਦੇ ਉੱਪਰ ਜਿਹੜਾ ਹਮਲਾਵਰ ਰੁਖ ਅਖਤਿਆਰ ਕੀਤਾ। ਉਸ ਤੋਂ ਬਾਅਦ ਫਾਂਸੀਆਂ ਵੀ ਚੜੇ, ਕਾਲੇ ਪਾਣੀ ਵੀ ਗਏ, ਉਹਨਾਂ ਦੀ ਗਿਣਤੀ ਕਰ ਲਓ। ਪੰਜਾਬ ਦੀ ਇੱਕ ਵੱਖਰੀ ਨੁਮਾਇੰਦਗੀ ਸੀ, ਹਾਲਾਂਕਿ ਕਦੇ ਵੀ ਧਰਮ ਆਧਾਰਿਤ ਸਟੇਟ ਦੀ ਉਹਨਾਂ ਗੱਲ ਨਹੀਂ ਕੀਤੀ, ਪਰ ਸਿੱਖਾਂ ਦੇ ਨਾਲ ਇਹ ਜਿਹੜੀ ਜ਼ਿਆਦਤੀ ਹੋਈ ਕਿ ਉਹਨਾਂ ਨੇ ਆਪਣੀ ਹੋਣੀ ਤੈਅ ਕਰ ਲਈ ਕਿ ਦੇਸ਼ ਦੀ ਵੰਡ ਵੇਲੇ ਜੇ ਉਹ ਪਾਕਿਸਤਾਨ ਜਿਸ ਨੂੰ ਕਹਿੰਦੇ ਆ ਉੱਧਰ ਨਹੀਂ ਜਾਣਾ, ਉੱਥੋਂ ਉੱਜੜ ਕੇ ਇੱਧਰ ਆਏ, ਤੇ 5 ਤੋਂ 10 ਲੱਖ ਤੱਕ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ। ਪੰਜਾਬ ਦੇ ਵਸਨੀਕ ਜਿਹੜੇ ਵੀ ਸਨ, ਜਿਨ੍ਹਾਂ 'ਚੋਂ ਇੱਧਰੋਂ ਸਿੱਖਾਂ ਦੀ ਬਹੁਤ ਗਿਣਤੀ ਸੀ ਜਾਂ ਮੁਸਲਮਾਨਾਂ ਦੀ ਸੀ ਜਾਂ ਕੁਝ ਹਿੰਦੂ ਸਨ, ਪਰ ਉਹ ਨੁਕਸਾਨ ਜਿਹੜਾ ਹੈ ਅੱਜ ਇੱਕ ਸਾਈਕੀ ਸਿੱਖਾਂ ਦੇ ਅੰਦਰ ਇਹ ਵਾਰ-ਵਾਰ ਉਹਨਾਂ ਨੂੰ ਜਿਸ ਤਰੀਕੇ ਨਾਲ ਜਹਾਲਤ ਜਾਂ ਦੁਖਾਂਤ ਮਹਿਸੂਸ ਹੁੰਦਾ ਕਿ ਕਿਸ ਕਿਸਮ ਦੇ ਲੋਕਾਂ ਨਾਲ ਅਸੀਂ ਆਪਣੀ ਹੋਣੀ ਤੈਅ ਕਰ ਲਈ ਤੇ ਅੱਜ ਸਾਡਾ ਹਸ਼ਰ ਕੀ ਹੋ ਰਿਹਾ। ਦੇਖੋ ਗੱਲ ਇਸ ਤਰ੍ਹਾਂ ਕਿ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਤੋੜੇ ਗਏ ਆ, ਕੋਈ ਮੰਨੇ ਚਾਹੇ ਨਾ ਮੰਨੇ। ਕਿ ਜਿਹੜਾ ਵਾਅਦਾ ਬੜਾ ਕਲੀਅਰ ਕੀਤਾ ਗਿਆ ਸੀ ਕਿ ਆਜ਼ਾਦ ਭਾਰਤ ਵਿੱਚ ਉੱਤਰ 'ਚ ਤੁਹਾਨੂੰ ਕੋਈ ਖਿੱਤਾ ਦਿੱਤਾ ਜਾਊਗਾ, ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਉਹ ਵਾਅਦਾ ਪੂਰਾ ਨਹੀਂ ਹੋਇਆ। ਉਹ ਵਾਅਦਾ ਇਕੱਲਾ ਸਿੱਖਾਂ ਨਾਲ ਨਹੀਂ ਸੀ ਕੀਤਾ ਗਿਆ, ਹੋਰ ਵੀ ਬਾਅਦ 'ਚ ਵਾਅਦੇ ਹੋਏ। ਕਸ਼ਮੀਰ ਦੇ ਕੇਸ 'ਚ ਵੀ ਇਹ ਸੀਗਾ ਕਿ ਤੁਹਾਨੂੰ ਅਸੀਂ ਤੁਹਾਡੀ ਰਾਇਸ਼ੁਮਾਰੀ ਦਾ ਮੌਕਾ ਦੇਵਾਂਗੇ, ਉਹ ਵੀ ਨਹੀਂ ਕਿ ਦਿੱਤਾ ਗਿਆ। ਉਹ ਸਟੇਟ ਨੇ ਕਈ ਵਾਅਦੇ ਕੀਤੇ, ਸਟੇਟ ਮੁੱਕਰਿਆ। ਇਹ ਉਹ ਸਟੇਟ ਲਈ ਦੁਖਾਂਤ ਵਾਲੀ ਗੱਲ ਆ। ਸਿੱਖਾਂ ਨੇ ਉਦੋਂ ਜਿਹੜਾ ਇਹ ਫੈਸਲਾ ਲਿਆ ਕਿ ਅਸੀਂ ਭਾਰਤ ਨਾਲ ਰਹਿਣਾ, ਉਹਦੇ 2-3 ਵੱਡੇ ਕਾਰਨ ਹੋ ਸਕਦੇ। ਇੱਕ ਤਾਂ ਕਾਂਗਰਸ ਪਾਰਟੀ ਤੇ ਉਹਨਾਂ ਦਾ ਭਰੋਸਾ ਸੀਗਾ ਕਿ ਸੈਕੂਲਰ ਨਿਜ਼ਾਮ ਦੇਵੇਗੀ ਤੇ ਜਿਹੜਾ ਪਾਕਿਸਤਾਨ ਮੁੱਖ ਤੌਰ ਤੇ ਇੱਕ ਮੁਸਲਿਮ ਸਟੇਟ ਹੋਏਗਾ, ਸ਼ਾਇਦ ਅਸੀਂ ਇੱਥੇ ਸੁਰੱਖਿਅਤ ਨਾ ਰਹੀਏ। ਇੱਕ ਜਿਹੜੀ ਹੋਰ ਡਾਇਮੈਂਸ਼ਨ ਹੈ ਜਿਸ ਵਿੱਚ ਗੜਬੜ ਹੋਈ ਸਾਰੀ,
ਕਿ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਨਾਲ ਮਾਸਟਰ ਤਾਰਾ ਸਿੰਘ ਦੇ ਸੰਬੰਧ ਬੜੇ ਗੂੜੇ ਸੀਗੇ ਜੀ। ਇੱਕ ਪਾਸੇ ਜਿਹੜੀ ਆਰਐਸਐਸ ਦਾ ਵੀ ਪ੍ਰਚਾਰ ਬਹੁਤ ਸਿਖਰਾਂ ਤੇ ਸੀ ਕਿ ਵੀ ਜਿਹੜੇ ਸਿੱਖ ਸਾਡਾ ਅੰਗ ਨੇ, ਬਿਲਕੁਲ ਕਿਧਰੇ ਨਾ ਕਿਧਰੇ ਉੱਥੇ ਵੀ ਇਹ ਗੱਲਾਂ ਹੋਈਆਂ। ਸੋ ਇੱਕ ਬ੍ਰੈਕਟ ਜਿਹਾ ਬਣ ਗਿਆ। ਹੁਣ ਜਿਵੇਂ ਅੰਬੇਦਕਰ ਬਾਰੇ ਕਈ ਵਾਰੀ ਲੋਕ ਗੱਲਾਂ ਕਰਦੇ ਆ, ਜੀ, ਅੰਬੇਦਕਰ ਸਿੱਖ ਕਿਉਂ ਨਹੀਂ ਬਣਿਆ, ਇੱਕ ਪਹਿਲੂ ਇਹ ਵੀ ਸੀਗਾ, ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ। ਅੰਬੇਦਕਰ ਦੇ ਮਨ 'ਚ ਬੇਚੈਨੀ ਸੀ ਕਿ ਜਿਹੜੇ BS ਮੁੰਜੇ ਹਿੰਦੂ ਮਹਾਸਭਾ ਨਾਲ ਜੁੜੇ ਸੀ, ਜਿਨ੍ਹਾਂ ਨਾਲ ਉਸ ਦੀ ਕੋਈ ਵਾਰਤਾਲਾਪ ਵੀ ਹੋਈ ਆ, ਉਸ ਵਿੱਚ ਮੁੰਜੇ ਨੇ ਪੇਸ਼ਕਸ਼ ਰੱਖੀ ਕਿ ਅੰਬੇਦਕਰ ਨੂੰ ਕਿਹਾ ਕਿ ਤੂੰ ਸਿੱਖ ਬਣ ਜਾ, ਸਾਨੂੰ ਕੋਈ ਇਤਰਾਜ਼ ਨਹੀਂ, ਮੁਸਲਮਾਨ ਨਾ ਬਣੇ, ਕਿਉਂਕਿ ਸਿੱਖ ਜਿਹੜੇ ਨੇ ਅਸੀਂ ਉਹਨੂੰ ਆਪਣੀ ਪਨੀਰੀ ਮੰਨਦੇ ਹਾਂ, ਤੇ ਜੋ ਸਿੱਖ ਬਣੂਗਾ ਤਾਂ ਫਿਰ ਵੀ ਵਿਰਾਟ ਹਿੰਦੂ ਸਮਾਜ ਦਾ ਹਿੱਸਾ ਹੀ ਰਹੂਗਾ। ਤੇ ਦਲਿਤ ਜਿਹੜੀ ਕਨਸਟੀਚੁਐਂਸੀ ਹੈ ਉਹ ਕਿਸੇ ਵੀ ਤਰ੍ਹਾਂ ਹਿੰਦੂ ਸਮਾਜ ਵਿੱਚੋਂ ਬਾਹਰ ਨਹੀਂ ਨਿਕਲ ਸਕੇਗੀ। ਅੰਬੇਦਕਰ ਕਮਲਾ ਨਹੀਂ ਸੀ ਜਿਹੜਾ ਸੋਚ ਕੇ ਉਹਨੇ ਬੁੱਧੀਜ਼ਮ ਵੱਲ ਪੈਰ ਧਰਿਆ, ਸਿੱਖੀਜ਼ਮ ਵੱਲ ਨਹੀਂ ਗਿਆ। ਇੱਕ ਵਜ੍ਹਾ ਇਹ ਵੀ ਸੀ ਕਿ ਜੇ ਹਿੰਦੂ ਮਹਾਸਭਾ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਸਿੱਖ ਬਣ ਜਾਓ ਜੀ, ਮੁਸਲਮਾਨ ਨਾ ਬਣੋ, ਇਹਦੇ ਕੀ ਮਾਣੇ ਨੇ? ਫਿਰ ਅੰਬੇਦਕਰ ਨੂੰ ਦੱਸ ਵੀ ਰਿਹਾ ਸੀ ਕਿ ਜੇ ਮੁਸਲਮਾਨ ਦਲਿਤ ਬਣਦੇ ਨੇ, ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹਿੰਦੁਸਤਾਨ 'ਚ, ਕਟਾਵੱਢ ਹੋਣੀ ਹੈ, ਸਾਡੇ ਭਾਈਚਾਰੇ ਦਾ ਨੁਕਸਾਨ ਹੋਊਗਾ। ਇਹ ਗੱਲਾਂ ਸੋਚਣ ਵਾਲੀਆਂ। ਮੈਂ ਇਹ ਗੱਲ ਥੋੜੀ ਜਿਹੀ ਵਿਸ਼ੇ ਤੋਂ ਬਾਹਰ ਤਾਂ ਕਰਕੇ ਕਰ ਰਿਹਾ ਕਿ ਜੋੜ ਕੇ ਕਿ ਆਰਐਸਐਸ ਨਾਲ ਜਿਹੜੀਆਂ ਸਾਂਝਾਂ, ਇਹਦੇ 'ਚ ਬਹੁਤ ਵੱਡੀ ਦਿੱਕਤ ਆ। ਜੀ ਜੀ, ਕਾਂਗਰਸ ਤੇ ਅਟੁੱਟ ਭਰੋਸਾ, ਆਰਐਸਐਸ ਦੇ ਉੱਤੇ ਉਲਾਰ ਜਿਹੜਾ ਹੋ ਕੇ ਨਾਲ ਤੁਰਨਾ। ਉਸ ਵੇਲੇ ਮੌਕਾ ਸੀਗਾ ਜੇ ਧਰਮ ਦੇ ਆਧਾਰ ਤੇ ਵੰਡ ਹੋ ਰਹੀ ਸੀਗੀ ਤੇ ਆਪਣਾ ਇੱਕ ਸਿੱਖ ਰਾਜ ਦੀ ਗੱਲ ਕਰ ਸਕਦੇ ਸੀ, ਪਰ ਹੋਇਆ ਇਹ ਕਿ ਸਿੱਖਾਂ ਕੋਲ ਤਾਂ ਆਬਾਦੀ ਘੱਟ ਸੀਗੀ, ਖਿੰਡੇ ਹੋਏ ਸੀ ਸਾਰੇ ਪਾਸੇ, ਪੋਪੂਲਰ ਲੀਡਰਸ਼ਿਪ ਜਿਹੜੀ ਸੀ ਉਹ ਖਾਲਿਸਤਾਨ ਦੇ ਹੱਕ 'ਚ ਨਹੀਂ ਸੀ, ਬਹੁਤ ਥੋੜੀ ਜਿਹੀ ਨਿਗੂਣੀ ਜਿਹੀ ਗਿਣਤੀ ਸੀਗੀ। ਸੋ ਕਿਧਰੇ ਨਾ ਕਿਧਰੇ ਉਕਾਈ ਹੋਈ ਹੈ, ਪਰ ਜੋ ਵਕਤ ਬੀਤ ਗਿਆ ਉਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਇਹ ਜ਼ਰੂਰ ਕਹਿ ਸਕਦੇ ਹਾਂ ਠੋਕ ਵਜਾ ਕੇ ਕਿ ਜੋ ਉਹਨਾਂ ਨੂੰ ਵਾਅਦੇ ਕੀਤੇ ਗਏ ਉੱਤੇ ਤੁਸੀਂ ਪੂਰੇ ਨਹੀਂ ਉਤਰੇ, ਜਿਹਦੇ ਕਰਕੇ ਬੇਚੈਨੀ ਵਾਲਾ ਮਾਹੌਲ ਬਾਅਦ 'ਚ ਬਣਿਆ। ਫਿਰ ਜਦੋਂ ਪੰਜਾਬੀ ਸੂਬੇ ਦੀ ਗੱਲ ਆਈ, ਤੁਸੀਂ ਪੰਜਾਬੀ ਸੂਬਾ ਦੇਣ ਨੂੰ ਵੀ ਤਿਆਰ ਨਾ ਹੋਏ, ਬੇਚੈਨੀ ਤੇ ਫਿਰ ਹੋਣੀ ਸੀ। ਫਿਰ ਪੰਜਾਬੀ ਸੂਬੇ ਦੇ ਨਾਅਰੇ ਤੇ ਪਾਬੰਦੀ ਲਾਈ ਗਈ। ਫਿਰ ਪੰਜਾਬੀ ਸੂਬਾ ਜਦੋਂ ਮਿਲਿਆ ਉਹ ਵੀ ਮਤਲਬ ਉਹਦੇ ਵਿੱਚੋਂ ਵੀ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ। ਠੀਕ ਹੈ, ਲੰਗੜਾ ਸੂਬਾ ਦੇ ਦਿੱਤਾ ਗਿਆ, ਸੂਬੇ ਦੀ ਸੂਬੀ ਬਣਾ ਦਿੱਤੀ ਗਈ। ਉਸ ਤੋਂ ਬਾਅਦ ਫਿਰ ਅਗਾਂਹ ਜੋ ਇਤਿਹਾਸ ਅਸੀਂ ਜਾਣਦੇ, ਧਰਮ ਯੁੱਧ ਮੋਰਚਾ ਚੱਲਦਾ ਰਿਹਾ, ਮੁਕਾਬਲੇ ਬਣੇ, ਉਸ ਨੂੰ ਸਪਰੈਸ ਕੀਤਾ ਗਿਆ, 84 ਦੇ ਕਤਲੇਆਮ ਹੋਏ, ਜ਼ਿਆਦਤੀਆਂ ਦੇ ਪੈਰ ਤੇ ਹੁੰਦੀਆਂ ਰਹੀਆਂ, ਔਰ ਜ਼ਿਆਦਤੀਆਂ ਬਾਅਦ 'ਚ ਹੋਰ ਵੀ ਤਿੱਖੀਆਂ ਹੋਈਆਂ। ਸੋ ਇਸ ਕਿਸਮ ਦੀ ਬੇਚੈਨੀ ਲੋਕਾਂ 'ਚ ਆਉਣੀ ਲਾਜ਼ਮੀ ਹੈ। ਉਹਨਾਂ ਦੇ ਮਨ 'ਚ ਗੁੱਸਾ ਆਉਣਾ ਲਾਜ਼ਮੀ ਹੈ ਕਿ ਜੇ ਆਜ਼ਾਦੀ ਲੜਾਈ 'ਚ ਅਸੀਂ ਹਿੱਸਾ ਪਾਇਆ, ਸਾਨੂੰ ਕੀ ਮਿਲਿਆ, ਜਾਂ ਸਾਨੂੰ ਜਿਹੜੇ ਵਾਅਦੇ ਕੀਤੇ ਗਏ ਪੂਰੇ ਕਿਉਂ ਨਹੀਂ ਕੀਤੇ ਗਏ। ਇਹ ਤਾਂ ਹੁਣ ਸਟੇਟ ਦੀ ਜ਼ਿੰਮੇਵਾਰੀ ਬਣਦੀ ਕਿ ਜੇ ਤੁਹਾਡੀ ਪ੍ਰਜਾ ਆ, ਤੁਹਾਡੇ ਬੱਚੇ ਨੇ, ਤੇ ਤੁਸੀਂ ਉਹਨਾਂ ਨੂੰ ਇਨਸਾਫ ਦਿਓਗੇ ਜਾਂ ਉਹਨਾਂ ਨਾਲ ਗੱਲ ਘੁੱਟੋਗੇ। ਸੋ ਇਸ ਕਰਕੇ ਉਹਨਾਂ ਦਾ ਗਿਲਾ ਆਪਣੀ ਥਾਂ ਤੇ ਜਾਇਜ਼ ਹੈ। ਇੱਕ ਬੜੀ ਰੌਚਕ ਗੱਲ ਜਿਹੜੀ ਤੁਸੀਂ ਡਾਕਟਰ ਅੰਬੇਦਕਰ ਦੀ ਵੀ ਕੀਤੀ, ਇਹ ਸੱਚਾਈ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਸੰਵਿਧਾਨ ਵੀ ਲਿਖਿਆ ਗਿਆ, ਸੰਵਿਧਾਨ ਦੇ ਵਿੱਚ ਡਾਕਟਰ ਅੰਬੇਦਕਰ ਦੀ ਅਗਵਾਈ ਸੀ, ਉੱਥੇ ਵੀ ਇਹ ਗੱਲ ਧਾਰਾ 25-20 'ਚ ਇਹ ਜਿਹੜਾ ਲਿਖ ਦੇਣਾ ਕਿ ਜਿਹੜਾ ਓਵਰਆਲ ਹਿੰਦੂ ਕੋਡ ਆਫ ਐਕਟ, ਮੈਰਿਜ ਕੋਡ ਆਫ ਐਕਟ, ਸਾਰਾ ਕੁਝ ਸਿੱਖ ਵੀ ਉਹਦਾ ਹਿੱਸਾ ਨੇ, ਸਿੱਖ ਵੀ ਉਸੇ ਦੇ ਵਿੱਚ ਆ। ਸਿੱਖ ਇੱਕ ਵੱਖਰੀ ਕੌਮ ਜਿਹਦੇ ਲਈ ਸਿੱਖ ਅੱਜ ਵੀ ਲੜ ਰਹੇ ਨੇ, ਬੋਧੀ ਵੀ ਜੈਨੀ ਵੀ ਤੇ ਸਿੱਖ ਵੀ, ਉਹਦੇ ਵਿੱਚ ਹੀ ਜਜ਼ਬ ਕਰਨ ਦੀ ਗੱਲ। ਦੇਖੋ ਕਮਾਲ ਦੀ ਗੱਲ ਹੈ ਕਿ ਇਹ ਗੱਲ ਵੀ ਜਦੋਂ ਸਿਰ ਮੜ ਦਿੱਤੀ ਜਾਂਦੀ ਹੈ ਕਿ ਡਾਕਟਰ ਅੰਬੇਦਕਰ ਤਾਂ ਸਿੱਖ ਬਣਨ ਆਇਆ ਸੀ, ਸਿੱਖਾਂ ਨੇ ਨਹੀਂ ਬਣਨ ਦਿੱਤਾ, ਉਲਟਾ ਜਲੀਲ ਵੀ ਸਿੱਖਾਂ ਨੂੰ ਹੀ ਕੀਤਾ ਜਾਂਦਾ, ਜਦ ਕਿ ਹਕੀਕਤ ਇਹ ਹੈ ਕਿ ਜਿਹੜੀ ਸਿੱਖ ਕਾਨਫਰੰਸ ਸੀ, ਐਜੂਕੇਸ਼ਨ ਕਾਨਫਰੰਸ, ਉਹਦੇ ਵਿੱਚ ਅੰਬੇਦਕਰ ਵੀ ਬਾਕੀ ਸਾਰੇ ਵੀ ਆਏ ਸਨ, ਇਹਨਾਂ ਨੇ ਭਾਸ਼ਣ ਵੀ ਦਿੱਤਾ। ਉਦਣ ਵਾਹਦ ਇਹਨਾਂ ਦਾ ਲੈਕਚਰ ਸੀ ਜਿਹੜਾ ਅਜੇ ਵੀ ਟ੍ਰਿਬਿਊਨ ਉਸ ਵੇਲੇ 1946 ਦੀ ਜਿਹੜੀ ਪ੍ਰਕਾਸ਼ਨ ਆ ਉਹਦੇ 'ਚ ਪੇਜ ਛਪੇ ਹੋਏ ਨੇ ਕਿ ਮੈਂ ਅੱਜ ਤੋਂ ਜਿਹੜਾ ਹਿੰਦੂ ਸਮਾਜ ਨੂੰ ਆਪਣੇ ਆਪ ਤੋਂ ਵੱਖ ਕਰਦਾ ਹਾਂ, ਪਰ ਉਹਨੇ ਇਹ ਨਹੀਂ ਕਿਹਾ ਕਿ ਮੈਂ ਸਿੱਖ ਸਮਾਜ ਨੂੰ ਕਬੂਲ ਕਰਦਾ, ਜਦ ਕਿ ਕਈ ਹੋਰ ਜਿਹੜੇ ਸਨ ਉਸ ਵੇਲੇ ਬਹੁਤ ਜ਼ਿਆਦਾ ਸਿੱਖ ਬਣੇ। ਪਰ ਅੰਬੇਦਕਰ ਨੇ ਆਪਣਾ ਫੈਸਲਾ ਜਿਹੜਾ ਇਸ ਹਿਸਾਬ ਦਾ ਰੱਖਿਆ, ਜਿਵੇਂ ਤੁਸੀਂ ਗੱਲ ਕੀਤੀ ਕਿ ਉਸਨੇ ਲੰਮਾ ਸਮਾਂ ਬੋਧੀ ਅਧਿਐਨ ਦੇ ਨਾਲ ਆਪਣੀਆਂ ਪ੍ਰਾਥਮਿਕਤਾਵਾਂ ਉਹਨਾਂ ਨੂੰ ਪਹਿਲ ਦਿੱਤੀ, ਜਾਂ ਉਹਦੀ ਆਇਡੈਂਟੀਟੀ ਸਿੱਖੀ ਸਰੂਪ ਵਾਲੀ ਆਇਡੈਂਟੀਟੀ, ਇਹ ਵੀ ਇੱਕ ਉਹਦੇ ਸੁਭਾਅ ਦਾ ਹਿੱਸਾ, ਖਿਆਲਾਤ ਇਸ ਤਰ੍ਹਾਂ ਹੋ ਸਕਦੇ ਨੇ। ਪਰ ਇਹ ਸਾਰੀਆਂ ਗੱਲਾਂ ਦੇ ਅੰਦਰ ਜਦੋਂ ਸੰਵਿਧਾਨ ਲਿਖਿਆ ਗਿਆ, ਸੰਵਿਧਾਨ ਦੇ 2 ਮੈਂਬਰ ਜਿਹੜੇ ਸਿੱਖ ਮੈਂਬਰ ਸਨ, ਇਹ ਹਕੀਕਤ ਦੇ ਵਿੱਚ ਪੇਸ਼ ਕੀਤਾ ਜਾਂਦਾ ਕਿ ਉਹਨਾਂ ਦੋਨਾਂ ਨੇ, ਕਿਉਂਕਿ ਸਿੱਖਾਂ ਦੇ ਹੱਕ ਜਿਹੜੇ ਆ ਜੋ ਵਾਅਦੇ ਕੀਤੇ ਗਏ ਸੀ, ਸੰਵਿਧਾਨ ਪੂਰਾ ਨਹੀਂ ਸੀ ਕਰਦਾ, ਉਹਦੇ ਤੇ ਦਸਤਖਤ ਨਹੀਂ ਕੀਤੇ। ਇਹ ਗੱਲ ਕਿੱਥੋਂ ਤੱਕ ਹਕੀਕਤ ਹੈ? ਦੇਖੋ ਗੱਲ ਇਹ ਤਾਂ ਗੱਲ ਹੋਈ ਹੈ ਕਿ ਵਿਰੋਧ ਧਿਰਾਂ ਵੱਲੋਂ ਹੋਇਆ ਜੀ, ਪਰ ਗੱਲ ਇੱਕ ਹੋਰ ਵੀ ਹੋਈ ਆ ਜੀ। ਅੰਬੇਦਕਰ ਨੂੰ ਇੱਕ ਸਟੇਜ ਜਾ ਕੇ ਕਹਿਣਾ ਪਿਆ ਕਿ ਜਿਸ ਕਿਸਮ ਦਾ ਸੰਵਿਧਾਨ ਹੈ, ਮੈਂ ਇਹਨੂੰ ਅੱਜ ਅੱਗ ਲਾਉਣ ਲਈ ਤਿਆਰ ਹਾਂ, ਮੈਂ ਇਹਨੂੰ ਸਵੀਕਾਰ ਹੀ ਨਹੀਂ ਕਰਦਾ, ਕਿਉਂਕਿ ਜਿਸ ਕਿਸਮ ਦਾ ਸੰਵਿਧਾਨ ਘੜਿਆ ਗਿਆ ਉਹਦੇ ਲਈ ਮੇਰੇ ਤੇ ਕਿਸ ਕਿਸਮ ਦਾ ਪ੍ਰੈਸ਼ਰ ਸੀ। ਦੇਖੋ ਅੰਬੇਦਕਰ ਦੀ ਨੀਅਤ ਆਪਾਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਦੇਖੋ ਜਦੋਂ ਬੁੱਧੀਜ਼ਮ ਵੀ ਉਹਨਾਂ ਨੇ ਅਪਣਾਇਆ, ਹਾਂਜੀ, ਬੁੱਧੀਜ਼ਮ ਖਦੇੜ ਦਿੱਤਾ ਗਿਆ ਸੀ ਭਾਰਤ ਵਿੱਚੋਂ, ਬਿਲਕੁਲ, ਜਿਹੜੇ ਬ੍ਰਾਹਮਣਵਾਦੀਆਂ ਵੱਲੋਂ ਜੀ, ਔਰ ਉੱਥੇ ਦਾ ਜੰਮਿਆ ਧਰਮ, ਉੱਥੇ ਹੀ ਉਹਨਾਂ ਦੀ ਆਬਾਦੀ ਇੰਨੀ ਘੱਟ, ਇੰਨੀ ਨਿਗੂਣੀ, ਉਸ ਦੇ ਬਾਵਜੂਦ ਵੀ ਉਸ ਧਰਮ ਨੂੰ ਉਹ ਅਪਣਾਉਂਦੇ ਨੇ।
ਤੇ ਇਹਦਾ ਮਤਲਬ ਇਹ ਹੋਇਆ ਕਿ ਇਹ ਤਾਂ ਮੰਨਣਾ ਪਊਗਾ ਨਾ ਕਿ ਉਹਨਾਂ ਨੇ ਕੋਈ ਨਫਾ ਨੁਕਸਾਨ ਨਹੀਂ ਵੇਖਿਆ, ਕੋਈ ਕਿਉਂਕਿ ਬੁੱਧੀਜ਼ਮ ਦਾ ਅਸਰ ਉਹਨਾਂ ਤੇ ਪਹਿਲਾਂ ਵੀ ਸੀਗਾ। ਇਦਾਂ ਨਹੀਂ ਕਿ ਉਹ ਵੀ ਖਲਾਜੋ ਪੈਦਾ ਹੋਇਆ ਜਿਹੜਾ ਮੋਹ ਲਗਾਤਾਰ ਆਪਣਾ ਹੁੰਦਾ ਇੱਕ ਸਟੇਜ ਉਹ ਇਸਲਾਮ ਧਰਮ ਬਾਰੇ ਵੀ ਸੋਚ ਰਹੇ ਸੀ ਅਪਣਾਉਣ ਬਾਰੇ। ਜਦੋਂ ਦੇਸ਼ ਵੰਡ ਦਾ ਸਵਾਲ ਖੜਾ ਹੋਇਆ ਉਹਨਾਂ ਦੇ ਮਨ 'ਚ ਚਿੰਤਾ ਸੀ ਕਿ ਅਗਾਂਹ ਸਾਡੇ ਦਲ ਭਾਈਚਾਰੇ ਦਾ ਕੀ ਬਣੂਗਾ, ਹਾਂ, ਕਿ ਵੀ ਕਿਤੇ ਇਹ ਨਾ ਹੋਵੇ ਕਿ ਨੁਕਸਾਨ ਹੋਵੇ ਇਹਨਾਂ ਦਾ, ਜਿਸ ਕਿਸਮ ਦਾ ਮਾਹੌਲ ਖੜਾ ਕੀਤਾ ਜਾ ਬੜ ਰਿਹਾ। ਟੁੱਕ ਜਿੰਨੀ ਹੋਈ ਸੀ, ਹਾਂ, ਤੇ ਸਿੱਖੀ ਨੂੰ ਜਿਵੇਂ ਕੋਆਪਟ ਕਰਨ ਦੀ ਗੱਲਾਂ ਹੋ ਰਹੀ ਸੀ ਹਿੰਦੂ ਮਹਾਸਭਾ ਵੱਲੋਂ, ਇਹ ਲੁਬੜ ਚਾਲਾਂ ਬਾਰੇ ਉਹ ਸੁਚੇਤ ਸੀ। ਔਰ ਸੰਵਿਧਾਨ 'ਚ ਅਨੇਕਾਂ ਗੱਲਾਂ ਹੋਈਆਂ ਜਿਹੜੀਆਂ ਉਹਨਾਂ ਦੀ ਮਰਜ਼ੀ ਦੇ ਉਲਟ ਹੋਈਆਂ, ਜਿਹਦੇ ਕਰਕੇ ਉਹਨਾਂ ਨੂੰ ਕਹਿਣਾ ਪਿਆ ਕਿ ਮੈਨੂੰ ਅੱਗ ਲਾਉਣ ਲਈ ਤਿਆਰ ਹਾਂ ਜੀ। ਤਾਂ ਕਰਕੇ ਮੈਂ ਹੈਰਾਨ ਸੀ ਜਿਹੜੇ ਇੱਥੇ ਸੋ ਕਾਲਡ ਦਲਿਤ ਐਕਟਿਵਿਸਟ ਆ, ਜਦੋਂ ਉੱਥੇ ਸਿੱਖ ਫॉर ਜਸਟਿਸ ਨੇ ਕਿਹਾ ਸੀ ਕਿ ਅਸੀਂ ਆਪਣਾ ਵਿਰੋਧ ਪ੍ਰਗਟਾਉਣ ਲਈ ਸੰਵਿਧਾਨ ਦੀਆਂ ਕਾਪੀਆਂ ਲੂ ਰਹੇ ਹਾਂ, ਤੇ ਉਹ ਵੀ ਬੜੇ ਤਤਪਰ ਹੋ ਗਏ ਕਿ ਅਸੀਂ ਇਹਨਾਂ ਦੇ ਖਿਲਾਫ ਖੜਾਂਗੇ। ਬਈ ਕਹਿਣ ਦਾ ਮਤਲਬ ਜਦੋਂ ਡਾਕਟਰ ਸਾਹਿਬ ਨੇ ਖੁਦ ਇਹ ਗੱਲ ਕਹੀ ਸੀਗੀ, ਸੰਵਿਧਾਨ ਜੇ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਕਰ ਰਿਹਾ ਤੇ ਸਾਨੂੰ ਉਸ ਤੇ ਸਵਾਲ ਕਰਨਾ ਪਊਗਾ, ਇੰਡੀਅਨ ਸਟੇਟ ਨੂੰ ਕੁਐਸਚਨ ਕਰਨਾ ਪਊਗਾ। ਉਹ ਤੁਸੀਂ ਕਰ ਨਹੀਂ ਰਹੇ, ਜਦੋਂ ਕਿ ਅੰਬੇਦਕਰ ਨੇ ਖੁਦ ਲੋਕਾਂ ਨੂੰ ਆਲੋਚਨਾਤਮਕ ਦ੍ਰਿਸ਼ਟੀਕੋਣ ਰੱਖਣ ਲਈ ਪ੍ਰੇਰਿਆ ਜੀ। ਔਰ ਇਸੇ ਅੰਬੇਦਕਰ ਨੇ ਜਦੋਂ ਔਰਤਾਂ ਨੂੰ ਬਰਾਬਰ ਹੱਕ ਦਿਵਾਉਣ ਦੀ ਗੱਲ ਕੀਤੀ ਹੈ, ਹਿੰਦੂ ਕੋਡ ਬਿੱਲ ਸੁਧਾਰ ਦੀ ਗੱਲ ਕੀਤੀ ਹੈ, ਉਦੋਂ ਕਿੰਨਾ ਵਿਰੋਧ ਹੋਇਆ ਉਹਨਾਂ ਦਾ ਜੀ, ਇਹਨਾਂ ਹਿੰਦੂਤੀ ਤਾਕਤਾਂ ਵੱਲੋਂ, ਜਿਹੜੇ ਅੱਜ ਅੰਬੇਦਕਰ ਦੇ ਬੁੱਤ ਲਾ ਰਹੇ ਤੇ ਉਹਨਾਂ ਦੇ ਗੋਗੇ ਗਾਉਂਦੇ ਫਿਰਦੇ ਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਉਦੋਂ ਅੰਬੇਦਕਰ ਦੇ ਮਤਲਬ ਹਿੰਦੂ ਜਿਹੜਾ ਕੋਡ ਬਿੱਲ ਦਾ ਵਿਰੋਧ ਕੀਤਾ ਜੀ। ਬਿਲਕੁਲ ਇੱਥੋਂ ਤੱਕ ਚਲੇ ਗਏ ਕਿ ਉਹਨੂੰ ਮਾਰਨ ਤੱਕ ਦੀਆਂ ਧਮਕੀਆਂ ਦੇਣ ਲੱਗ ਪਏ। ਹਾਂ, ਸੋ ਉਹ ਮਾਹੌਲ ਇਹਨਾਂ ਨੇ ਪੈਦਾ ਕੀਤਾ। ਅੱਜ ਕਿਹੜੇ ਮੂੰਹ ਨਾਲ ਅੰਬੇਦਕਰ ਨੂੰ ਚੱਕੀ ਫਿਰਦੇ ਆ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ, ਇਸ ਤੇ ਲੋਕਾਂ ਨੂੰ ਗੌਰ ਕਰਨਾ ਚਾਹੀਦਾ। ਅੰਬੇਦਕਰ ਨੂੰ ਬਿਨਾਂ ਪੜ੍ਹਿਆ ਬਿਨਾਂ ਵਿਚਾਰਿਆਂ ਆਪਾਂ ਅੰਦਾਜ਼ੇ ਨਾਲ ਗੱਲਾਂ ਕਰਦੇ ਆ, ਉਹ ਗੱਲਾਂ ਠੀਕ ਨਹੀਂ ਗਈਆਂ। ਜਿੱਥੋਂ ਤੱਕ ਗੁਰਪ੍ਰੀਤ ਸਿੰਘ ਦੇਖੋ, ਜਦੋਂ ਇੱਕ ਗਦਰ ਕੋਈ ਵੀ ਹੁੰਦਾ, ਗਦਰ ਕੋਈ ਵਿਦਰੋਹ ਹੋਣਾ, ਬਗਾਵਤ ਹੋਣੀ, ਤੇ ਉਸ ਨਾਂ ਨੂੰ ਬੇਸ਼ੱਕ ਇਹ ਨਾਂ ਇਉਂ ਵੀ ਕਹੀਏ ਵੀ ਗਦਰ ਦਾ ਜਿਹੜਾ ਲਫ਼ਜ਼ੀ ਅਰਥ ਕਿਵੇਂ ਹੁੰਦਾ, ਗਦਰ ਮਚਾਉਣਾ, ਬਹੁਤ ਜ਼ਿਆਦਾ ਕਿਸੇ ਕਿਸਮ ਦਾ ਜਿਹੜਾ ਉਸ ਵੇਲੇ ਨੁਕਸਾਨ ਵੀ ਬਹੁਤ ਹੋਇਆ। ਇੱਕ ਇਤਿਹਾਸਕ ਦਸਤਾਵੇਜ਼ ਇਹ ਵੀ ਬਿਆਨ ਕਰਦਾ ਹੈ ਕਿ ਉਸ ਵੇਲੇ ਲੱਖਾਂ ਦੀ ਤਾਦਾਦ ਦੇ ਵਿੱਚ ਦੇਸ਼ ਭਰ ਦੇ ਵਿੱਚ ਲੋਕ ਮਾਰੇ ਗਏ, ਜਿਨ੍ਹਾਂ ਦੇ ਵਿੱਚੋਂ ਉਸ ਸਮੇਂ ਉੱਤਰ ਪ੍ਰਦੇਸ਼ ਦਾ ਜਾਂ ਅਵਧ ਤੋਂ ਲੈ ਕੇ ਯੂਪੀ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਬਹੁਤ ਸਾਰੇ ਇਲਾਕੇ ਸਨ। 7-8 ਲੱਖ ਤੱਕ ਦੀ ਵੀ ਕਈਆਂ ਨੇ ਫਿਗਰ ਦਿੱਤੀ। ਇਹ ਵੀ ਕਿਹਾ ਕਿ 30 ਤੋਂ 40 ਹਜ਼ਾਰ ਜਿਹੜੇ ਅੰਗਰੇਜ਼ ਸੀ ਉਹ ਵੀ ਇਸ ਗਦਰ ਦੇ ਇਸ ਦੌਰ ਦੇ ਵਿੱਚ ਮਾਰੇ ਗਏ। ਜਦੋਂ ਇਹ ਸ਼ੁਰੂਆਤ ਹੋਈ ਉਸ ਵੇਲੇ ਇਹ ਵੀ ਇੱਕ ਫੈਕਟ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਇੱਕ ਚਰਚ ਦੇ ਨਾਲ ਜੁੜੇ ਹੋਏ ਕੁਝ ਲੋਕ ਸਨ, ਔਰਤਾਂ ਸਨ, ਜਿਵੇਂ ਜਲਿਆਂਵਾਲੇ ਬਾਗ ਤੋਂ ਪਹਿਲਾਂ ਦੀ ਘਟਨਾ ਵਾਪਰੀ, ਸੇਮ ਇਸ ਤਰ੍ਹਾਂ ਦਾ ਉੱਥੇ ਵੀ ਹੋਇਆ ਕਿ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਜਦੋਂ ਕਤਲ ਕੀਤਾ ਗਿਆ, ਉਸ ਤੋਂ ਬਾਅਦ ਜਿਹੜਾ ਫਿਰ ਅਗਾਂਹ ਜਿਹੜਾ ਵੱਧਦੀ ਗਈ ਸਥਿਤੀ, ਪਰ ਉਹਦੇ ਵੱਖਰੇ ਕਾਰਨ ਬਹੁਤ ਸਾਰੇ ਹੋਰ ਸਨ। ਅਤੇ ਦੂਸਰਾ ਇੱਕ ਜਿਹੜਾ ਗਰੁੱਪ ਸੀ ਕ੍ਰਿਸਚਨ ਦਾ, ਜਿਹਨੂੰ ਜਿਹੜਾ ਸਰ ਸੈਯਦ ਅਹਿਮਦ ਖਾਨ ਦੀ ਗੱਲ ਚੱਲਦੀ ਹੈ, ਜਾਂ ਉਹਨਾਂ ਨੇ ਬਚਾਇਆ ਜਾਂ ਉਸ ਤੋਂ ਬਾਅਦ ਉਹ ਹਿਫਾਜ਼ਤ ਨਾਲ ਰੱਖਿਆ ਗਿਆ, ਜਿਹਦੇ ਕਾਰਨ ਅੰਗਰੇਜ਼ਾਂ ਦੇ ਨਾਲ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਸਾਂਝ ਵੀ ਬਾਅਦ 'ਚ ਸਰ ਦਾ ਖਿਤਾਬ ਦੇ ਕੇ ਜਾਂ ਜੋੜ ਬਣਿਆ ਰਿਹਾ। ਪਰ ਇਹ ਤਾਂ ਪਿਛੋਕੜ ਦੇ ਵਿੱਚ ਜਾਂ ਉਸ ਦੇ ਹਾਲਾਤ ਦੇ ਵਿੱਚ ਕਾਰਨ ਬਣੇ, ਪਰ ਉਹਦਾ ਜਿਹੜਾ ਨਤੀਜਾ ਹੋਇਆ, ਉਹਦੀ ਪ੍ਰਾਪਤੀ ਨੂੰ ਜੇ ਦੇਖੀਏ ਅਸੀਂ, ਗਦਰ 1857 ਦੀ ਅਚੀਵਮੈਂਟ ਨੂੰ ਦੇਖੇ, ਕਈ ਇਹ ਕਹਿੰਦੇ ਕਿ ਉਹ ਫੇਲ ਹੋ ਗਿਆ, ਉਹਦਾ ਜਿਹੜੀ ਉਹਦੀ ਕੋਈ ਹੋਂਦ ਨਹੀਂ ਰਹੀ। ਕਈ ਕਹਿੰਦੇ ਕਿ ਉਸ ਨੇ ਇੱਕ ਸਪਿਰਿਟ ਭਰੀ, ਤੇ ਅਲੱਗ-ਅਲੱਗ ਪੱਧਰ ਤੇ ਉਹਨੂੰ ਵਿਚਾਰਿਆ ਜਾਂਦਾ। ਸੋ ਉਹਨੂੰ ਉਸ ਦੇ ਜਿਹੜੇ ਕੌਨਸੀਕੁਐਂਸਸ ਸੀ, ਉਸ ਤੋਂ ਬਾਅਦ ਕੁੱਲ ਮਿਲਾ ਕੇ ਉਹਨੂੰ ਕਿਵੇਂ ਅਸੀਂ ਸਮ ਅਪ ਕਰਦੇ ਹਾਂ। ਦੇਖੋ, ਗੱਲ ਅਸਲ ਹੈ ਕਿ ਸੰਘਰਸ਼ ਕੋਈ ਵੀ ਜਦੋਂ ਚੱਲਦਾ ਜੀ, ਤੇ ਨਾ ਤਾਂ ਉਹ ਆਪਣੇ ਆਪ 'ਚ ਪਹਿਲਾ ਪੜਾਅ ਹੁੰਦਾ, ਨਾ ਅਖੀਰਲਾ ਹੁੰਦਾ ਜੀ। 1853 ਤੋਂ ਪਹਿਲਾਂ ਵੀ ਜਿਹੜੇ ਗਦਰ ਹੁੰਦੇ ਰਹੇ ਜੀ, ਛੋਟੇ ਛੋਟੇ, ਹਾਂਜੀ, ਮਗਰੋਂ 1853 ਦਾ ਵੱਡਾ ਗਦਰ ਹੋ ਗਿਆ। ਉਸ ਤੋਂ ਮਗਰੋਂ ਫਿਰ 50 ਸਾਲਾਂ ਬਾਅਦ ਬ੍ਰਿਟਿਸ਼ ਗਵਰਨਮੈਂਟ ਦੀ ਦ੍ਰਿਸ਼ਟੀ ਦੇ ਵਿੱਚ ਜਿਹੜਾ ਹਰ ਸਟੈਪ ਲਿਆ ਗਿਆ, ਆਜ਼ਾਦੀ ਲੜਾਈ ਵਾਸਤੇ ਸੀਗਾ, ਚਾਹੇ ਪੰਜਾਬ 'ਚ ਕਿਸਾਨੀ ਲਹਿਰ ਸੀ, ਉਹਨੂੰ ਵੀ ਉਸੇ ਰੂਪ 'ਚ ਦੇਖਿਆ ਗਿਆ। ਹਾਂਜੀ, ਉਸ ਤੋਂ ਮਗਰੋਂ ਫਿਰ ਅਸੀਂ 1913 ਗਦਰ ਵੇਖਦੇ ਹਾਂ। ਸਮੱਸਿਆ ਇਹ ਬਣ ਗਈ ਕਿ ਦੇਖੋ, ਜਿਹੜੇ ਲੋਕ ਲੜਾਈ ਲੜਦੇ, ਸੰਘਰਸ਼ ਕਰਦੇ, ਉਹਨਾਂ ਕੋਲ ਤਾਕਤ ਸੀਮਤ ਹੁੰਦੀ ਹੈ। ਹਾਂਜੀ, ਸਟੇਟ ਕੋਲ ਤਾਕਤ ਦਾ ਕੋਈ ਬੇਅੰਤ ਹੋਏਗੀ। ਉਸ ਤੋਂ ਇਲਾਵਾ ਜਿਹੜੇ ਭਾਈਚਾਰੇ ਤੇ ਉਹਨਾਂ ਨੂੰ ਅਧੀਨ ਕੀਤਾ ਹੋਇਆ, ਉਸ ਵਿੱਚ ਵੀ ਉਹਨਾਂ ਨੇ ਹੱਕ 'ਚ ਆਪਣੇ ਆਵਾਜ਼ਾਂ ਇਕੱਠੀਆਂ ਕੀਤੀਆਂ ਹੁੰਦੀਆਂ। ਸੋ ਉਹਨਾਂ ਲਈ ਇਹ ਲੜਾਈ ਜਿਹੜੀ ਹੈ, ਉਸ 'ਤੇ ਫਤਿਹ ਪਾਉਣੀ, ਉਸ ਨੂੰ ਕੁਚਲ ਦੇਣਾ ਬੜਾ ਸੌਖਾ ਕੰਮ ਹੈ ਜੀ। ਜੀ, ਜਿਹੜੇ ਲੜ ਰਹੇ ਲੋਕ ਨੇ ਪ੍ਰੈਕਟੀਕਲੀ, ਕੀ ਉਹ ਸੰਘਰਸ਼ ਛੱਡ ਕੇ ਘਰ ਬਹਿ ਗਏ ਜਾਂ ਉਹਨਾਂ ਨੇ ਕੰਮ ਅੱਗੇ ਨਹੀਂ ਕੀਤਾ? ਗਦਰ ਤੋਂ ਬਾਅਦ ਫਿਰ ਦੇਖੋ ਗੁਰਦੁਆਰਾ ਸੁਧਾਰ ਲਹਿਰ ਚੱਲਦੀ, ਫਿਰ ਬੱਬਰ ਅਕਾਲੀ ਲਹਿਰ 'ਚ ਉਹ ਲੜਾਈ ਤਬਦੀਲ ਹੁੰਦੀ। ਜੀ ਜੀ, ਫਿਰ ਜਦੋਂ ਮੁਲਕ ਆਜ਼ਾਦ ਵੀ ਹੋਣਾ, ਉਸ ਤੋਂ ਬਾਅਦ ਵੀ ਸੰਘਰਸ਼ ਚੱਲ ਰਹੇ ਨੇ ਲੋਕਾਂ ਦੇ। ਹਾਂ, ਉਹ ਵੀ ਉੱਪਰ ਪਿਛਲੀਆਂ ਲੜਾਈਆਂ ਤੋਂ ਸੇਧ ਲੈ ਰਹੇ ਨੇ। ਸੋ ਮੇਰਾ ਮਤਲਬ ਕਹਿੰਦਾ ਕਿ ਇਹ ਸੰਘਰਸ਼ ਕਦੇ ਵੀ ਖਤਮ ਨਹੀਂ ਹੁੰਦਾ, ਉਸ ਦੇ ਪੜਾਅ ਬਦਲਦੇ ਰਹਿੰਦੇ ਆ, ਨਵੇਂ ਰੂਪ ਲੈ ਲੈਂਦਾ ਸੰਘਰਸ਼, ਸੁਧਰੇ ਰੂਪ 'ਚ ਅਗਾਂਹ ਫਿਰ ਦੁਬਾਰਾ ਖੜ ਜਾਂਦਾ। ਹੁਣ ਨਕਸਲਵਾੜੀ ਲਹਿਰ ਖੜੀ ਹੋਈ ਜੀ, ਉਹ ਲੋਕੀ ਕਹਿੰਦੇ ਉਹ ਖਤਮ ਹੋ ਗਈ, ਪਰ ਅੱਜ ਮਾਓਇਸਟਾਂ ਬਾਰੇ ਕਿਹਾ ਜਾ ਰਿਹਾ ਕਿ ਅੱਜ ਦੀ ਸਾਡੀ ਜੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਜੋ ਨਕਸਲਵਾੜੀ ਲਹਿਰ ਫੇਲ ਹੀ ਹੋ ਗਈ ਸੀ, ਕਿਉਂਕਿ ਨਕਸਲਵਾੜੀ ਲਹਿਰ ਤੇ ਮਾਓਇਸਟ ਜਿਹੜੀ ਲਹਿਰ, ਉਹਦਾ ਨਜ਼ਰੀਆ ਤਾਂ ਇੱਕੋ ਹੀ ਹੈ ਨਾ ਜੀ। ਜੀ,
ਉਹ ਵੀ ਮਾਓ ਤੋਂ ਸਿੱਧਤ ਸੀ, ਇਹ ਤਾਂ ਸਿੱਧਾ ਹੀ ਕਹਿੰਦਾ ਹੀ CPI ਮਾਓਸ ਨਾਲ ਸਾਡਾ ਸੰਬੰਧ ਆ। ਸੋ ਉਹ ਲੜਾਈ ਤੇ ਚੱਲ ਰਹੀ ਹੈ ਨਾ ਜਿਵੇਂ ਸਟੇਟ ਨੂੰ ਚੈਲੰਜ ਤਾਂ ਮਿਲ ਹੀ ਰਿਹਾ। ਸੋ ਇਸ ਕਰਕੇ ਆਪਾਂ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਕਿ ਉਹ ਸੰਘਰਸ਼ ਮਤਲਬ ਫੇਲ ਹੋ ਗਿਆ ਜਾਂ ਖਤਮ ਹੋ ਗਿਆ। ਸੰਘਰਸ਼ ਕਿਸੇ ਸਟੇਜ ਤੱਕ ਆਪਣਾ ਕਿਸੇ ਪੜਾਅ ਤੋਂ ਅੱਗੇ ਉਸ 'ਚ ਖਲੋਤ ਆ ਸਕਦੀ ਆ, ਰੁਕਾਵਟ ਆ ਸਕਦੀ ਆ। ਉਸ ਵਕਤੀ ਤੌਰ 'ਤੇ ਕਹਿ ਵੀ ਸਕਦੇ ਹਾਂ ਕਿ ਉਸ ਨੂੰ ਖਤਮ ਕਰ ਦਿੱਤਾ ਗਿਆ, ਪਰ ਬਾਅਦ 'ਚ ਦੁਬਾਰਾ ਕਿਸੇ ਨਵੇਂ ਰੂਪ 'ਚ ਫਿਰ ਦੁਬਾਰਾ ਪਣਪਦਾ, ਫਿਰ ਖੜਾ ਹੁੰਦਾ। ਸੰਘਰਸ਼ ਚੱਲਣ ਦਾ ਨਾਂ ਹੈ। ਬਹੁਤ ਖੂਬ ਜੀ ਗੁਰਪ੍ਰੀਤ ਸਿੰਘ ਜੀ, ਤੁਸੀਂ ਜਿਸ ਤਰ੍ਹਾਂ ਵਿਸਤਾਰਪੂਰਵਕ ਇੱਕ ਇਤਿਹਾਸ ਨੂੰ, ਇਤਿਹਾਸ ਦੇ ਵਿੱਚ ਵਰਤਮਾਨ ਹਾਲਾਤ ਉਹਨਾਂ ਦੇ ਬਾਰੇ ਤੇ ਨਾਲ ਜਿਹੜੀ ਇੱਕ ਐਸੀ ਰੈਲੀ ਕੱਢੀ ਗਈ ਜਿਹੜੀ ਕਿ ਇਹ 1857 ਦੇ ਗਦਰ ਵਾਲੇ ਦਿਨ 10 ਮਈ ਨੂੰ, ਜਿਸ ਦੇ ਵਿੱਚ ਭਾਵਨਾਤਮਕ ਤੌਰ 'ਤੇ ਅੱਜ ਦੇ ਜ਼ੁਲਮ ਦੇ ਬਾਰੇ ਗੱਲਬਾਤ ਕੀਤੀ। ਤੁਹਾਡਾ ਇਹ ਉਪਰਾਲਾ ਇੱਕ ਇਤਿਹਾਸਕ ਪੱਖ ਵੀ ਹੈ, ਇਸ ਦੀ ਇਤਿਹਾਸ ਦੇ ਪਾਤਰ ਬਣਨ ਦੀ ਕੋਸ਼ਿਸ਼ ਹੈ। ਬਹੁਤ ਧੰਨਵਾਦ ਤੁਹਾਡਾ, ਤਹਿ ਦਿਲੋਂ ਸ਼ੁਕਰੀਆ। ਸੋ ਇਹ ਜੋ ਇਤਿਹਾਸ ਹੈ, ਇਤਿਹਾਸ ਸਾਡੇ ਲਈ ਇੱਕ ਸ਼ੀਸ਼ਾ, ਇਤਿਹਾਸ ਦੇ ਸਾਹਮਣੇ ਖੜ੍ਹ ਕੇ ਅਸੀਂ ਆਪਣੇ ਮੂੰਹ ਦੀ ਕਾਲਖ ਜਿਹੜੀ ਹੈ ਸਾਫ਼ ਕਰਨੀ ਹੈ। 1857 ਦੇ ਉਸ ਗਦਰ ਦੇ ਵਿੱਚ ਲੋਕਾਂ ਨੇ ਮਿਲ ਕੇ ਉਸ ਜ਼ੁਲਮ ਦੇ ਖਿਲਾਫ ਆਪਣਾ ਸੰਘਰਸ਼ ਕੀਤਾ। ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਕਿੰਨੇ ਪ੍ਰਤੀਸ਼ਤ ਕਾਮਯਾਬੀ ਹੋਈ ਜਾਂ ਨਹੀਂ, ਪਰ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਉਹਨਾਂ ਨੇ ਜ਼ਿਕਰ ਕੀਤਾ, ਇਹ ਇੱਕ ਪੜਾਓ ਦਰ ਪੜਾਓ ਅਗਾਂਹ ਸੰਘਰਸ਼ ਚੱਲਦਾ ਰਹਿੰਦਾ। ਇਹ ਲੰਮੀ ਦਾਸਤਾਨ ਹੈ, ਕਿਉਂਕਿ ਇਸ ਦੇ ਵਿੱਚ ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ, ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ। ਇਹ ਲਗਾਤਾਰ ਨਿਰੰਤਰਤਾ ਦੀ ਗੱਲ ਹੈ। ਸੋ ਇਸ ਨਿਰੰਤਰਤਾ ਦੇ ਵਿੱਚ ਅੱਗੇ ਜਿਹੜੀਆਂ ਲਹਿਰਾਂ ਚੱਲੀਆਂ ਉਹਨਾਂ ਨੇ ਆਪਣਾ ਰੋਲ ਨਿਭਾਇਆ, ਪਰ ਬੇਈਮਾਨੀ, ਅਕਿਰਤ ਘਣਤਾ, ਅਹਿਸਾਨ ਫਰਾਮੋਸ਼ੀ ਇਹ ਸੀ ਕਿ ਜੋ ਉਸ ਦੀ ਕੰਟਰੀਬਿਊਸ਼ਨ ਜਿਨ੍ਹਾਂ ਲੋਕਾਂ ਦੀ ਰਹੀ ਦੇਸ਼ ਨੂੰ ਆਜ਼ਾਦ ਕਰਾਉਣ ਲਈ, ਚਾਹੇ 57 ਦੇ ਵਿੱਚ, ਚਾਹੇ 47 ਦੇ ਵਿੱਚ ਜਾਂ ਗਦਰ ਲਹਿਰ ਦੇ ਵਿੱਚ, ਉਹਨਾਂ ਨਾਲ ਧੋਖਾ ਕੀਤਾ ਗਿਆ। ਜਿਨ੍ਹਾਂ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ ਹੋ ਨਿਬੜੀਆਂ, ਅੱਜ ਜਿਹੜੇ ਉਹ ਕਲੋਲਾਂ ਕਰਦੇ ਨੇ ਉਹਨਾਂ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਇੱਕ ਨੇ ਗਦਾਰੀ ਕੀਤੀ ਹੈ, ਇੱਕ ਵਿਗੇ ਨੇ, ਇੱਕ ਅਖੀਰਲੇ ਦਮ ਤੱਕ ਕੁਰਬਾਨ ਹੋ ਗਏ ਨੇ ਤੇ ਸ਼ਹਾਦਤਾਂ ਦਾ ਜਾਮ ਪੀ ਗਏ ਨੇ, ਜਿਨ੍ਹਾਂ ਦੇ ਮਨ 'ਚ ਇਹ ਸੀ ਕਿ ਲੋਕਾਂ ਦੀ ਭੀੜ ਬਣੀ ਬਾਹਰ, ਤੂੰ ਅੰਦਰ ਛੁਪ ਕੇ ਬੈਠਾ ਹੈ, ਫੜ ਤੇਗ ਬਚਾ ਮਜ਼ਲੂਮਾਂ ਨੂੰ ਦੜਵਟ ਕੇ ਸੌਣਾ ਠੀਕ ਰਹੀ। ਜਦ ਜ਼ੁਲਮ ਸਿਤਮ ਦੀ ਅੱਤ ਹੋਵੇ, ਜਦ ਚਾਰਾ ਕੋਈ ਚੱਲੇ ਨਾ, ਤਦ ਸੀਸ ਕਟਾਉਣਾ ਚੰਗਾ ਹੈ, ਪਰ ਸੀਸ ਝੁਕਾਉਣਾ ਠੀਕ ਨਹੀਂ, ਸੀਸ ਝੁਕਾਉਣਾ ਠੀਕ ਨਹੀਂ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।